सत श्री अकाल जी। मैं हाँ हरजोत कौर ते तुहाडा सारिਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਹਰ ਵਾਰ ਦੀ ਤਰ੍ਹਾਂ ਲੇਟੈਸਟ ਅਪਡੇਟਸ ਲੈ ਕੇ ਹਾਜ਼ਰ ਹਾਂ ਤੇ ਅੱਜ ਗੱਲ ਕਰਾਂਗੇ ਖਾਸ ਤੌਰ ਤੇ ਆਸਟ੍ਰੇਲੀਆ ਬਾਰੇ। ਡਿਟੇਲ ਵਿੱਚ ਗੱਲ ਕਰਾਂਗੇ ਕਿ ਸਟੂਡੈਂਟਸ ਦੇ ਬਹੁਤ ਸਵਾਲ, ਅਸੀਂ ਖੁਦ ਇਹਨਾਂ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੇ ਹਾਂ ਕਿ ਆਖਿਰ ਹੁਣ ਡਿਲੇਜ਼ ਖਤਮ ਹੋਏ ਕਿ ਨਹੀਂ, ਕਿਸ ਤਰ੍ਹਾਂ ਦਾ ਸਕਸੈਸ ਰੇਟ ਅੱਗੋਂ ਆਉਣ ਵਾਲੇ ਟਾਈਮ ਵਿੱਚ ਰਹਿਣ ਵਾਲਾ ਹੈ। ਜਿਹੜੇ ਸਟੂਡੈਂਟਸ ਅਪਲਾਈ ਕਰਨਾ ਚਾਹੁੰਦੇ ਨੇ ਕਿਹੜੀ ਗੱਲਾਂ ਦਾ ਖਾਸ ਧਿਆਨ ਰੱਖਣ। ਸੋ ਅੱਜ ਦੀ ਚਰਚਾ ਦੇ ਲਈ ਅਸੀਂ ਆਪਣੇ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਸਟਾਰ ਫਿਊਚਰ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਵੀਜ਼ਾ एक्सपर्ट छवि शर्मा जी ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦੀ ਪੂਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਜਿਵੇਂ ਕਿ ਮੈਂ ਸਟਾਰਟਿੰਗ 'ਚ ਗੱਲ ਕੀਤੀ ਆਸਟ੍ਰੇਲੀਆ ਬਾਰੇ ਗੱਲ ਕਰਨੀ ਹੈ। बहुत ਵੱਡਾ ਇਸ ਵੇਲੇ ਸਟੂਡੈਂਟਸ ਦੇ ਮਨ ਵਿੱਚ ਸਵਾਲ ਚੱਲ ਰਿਹਾ ਹੈ ਕਿ ਆਖਿਰ ਕਦੋਂ ਇਹ ਡਿਲੇ ਖਤਮ ਹੋਏਗਾ ਔਰ ਕਿੰਨਾ ਕੁ ਪੋਜ਼ਿਟਿਵ ਨਜ਼ਰ ਆ ਰਿਹਾ ਹੈ ਹੁਣ ਜੋ ਚੱਲ ਰਿਹਾ ਸਭ ਕੁਝ। ਜੀ ਬਿਲਕੁਲ ਹਰਜੋਤ ਜੀ, ਅੱਜ ਇਸ ਸ਼ੋਅ ਦੇ ਵਿੱਚ ਅਸੀਂ ਆਸਟ੍ਰੇਲੀਆ ਦੀ ਗੱਲ ਕਰੀ ਤੇ ਉਸ ਤੋਂ ਪਹਿਲਾਂ ਵੀ ਜੇ ਅਸੀਂ ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦੀ ਗੱਲ ਕਰੀਏ ਤੇ ਜਿਹੜੇ ਵੀ ਦਰਸ਼ਕ ਸਾਡੇ ਨਾਲ ਅੱਜ ਨਵੇਂ ਜੁੜੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ ਤੇ ਕਾਫੀ ਸਾਲਾਂ ਤੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਡੀਲ ਕਰ ਰਹੇ ਹਾਂ ਤੇ ਕਾਫੀ ਲੋਕਾਂ ਦਾ ਬਾਹਰ ਜਾਣ ਦਾ ਸੁਪਨਾ ਜਿਹੜਾ ਅਸੀਂ ਸਾਕਾਰ ਕੀਤਾ ਹੈ ਜੀ। ਦੇਖੋ ਹੁਣ ਜੇ ਅਸੀਂ ਇਹ ਕਹੀਏ ਕਿ ਜੀ ਸਾਡਾ ਰਿਜ਼ਲਟ 100% ਅੱਜ ਤੱਕ ਇੱਕ ਵੀ ਰਿਫਿਊਜ਼ਲ ਨਹੀਂ ਆਈ ਹੈ ਜਾਂ ਸ਼ਾਰਟ ਵੀਜ਼ਾ ਹੈ, ਤੇ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਿਰਫ ਫਰੋਡ ਲੋਕ ਹੀ ਜਿਹੜੇ ਨੇ ਟੀਵੀ ਤੇ ਆ ਕੇ ਬੋਲ ਸਕਦੇ ਨੇ, ਲੇਕਿਨ ਤੁਹਾਨੂੰ ਵੀ ਪਤਾ ਕਿ 100% ਸਕਸੈਸ ਰੇਟ ਕਿਸੇ ਦਾ ਵੀ ਨਹੀਂ ਹੁੰਦਾ। ਔਰ ਫਾਈਲ ਨੂੰ ਵਧੀਆ ਤਰੀਕੇ ਨਾਲ ਅੰਬੈਸੀ ਦੇ ਵਿੱਚ ਰੀਪ੍ਰੈਜ਼ੈਂਟ ਕਰਨਾ ਸਾਡੀ ਜ਼ਿੰਮੇਵਾਰੀ ਹੁੰਦੀ ਹੈ, ਲੇਕਿਨ ਵੀਜ਼ਾ ਦੇਣਾ ਜਾਂ ਨਾ ਦੇਣਾ ਉਹ ਵੀਜ਼ਾ ਆਫਿਸਰ ਦੇ ਹੱਥ ਦੇ ਵਿੱਚ ਹੁੰਦਾ ਹੈ। ਲੇਕਿਨ ਬਿਲਕੁਲ ਇਹ ਜ਼ਰੂਰ ਗੱਲ ਹੁੰਦੀ ਹੈ ਕਿ ਸਾਡਾ ਸਕਸੈਸ ਰੇਟ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਹੈ ਇਸ ਟਾਈਮ ਦੇ ਵਿੱਚ, ਔਰ ਕਾਫੀ ਜ਼ਿਆਦਾ ਜਿਹੜੇ ਨੇ ਵੀਜ਼ਾਸ ਗ੍ਰਾਂਟ ਹੋਏ ਨੇ ਰੀਸੈਂਟ ਵੀ ਆਸਟ੍ਰੇਲੀਆ ਤੋਂ। ਹੁਣ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਕਿ ਆਸਟ੍ਰੇਲੀਆ ਹੁਣ ਕਿਸ ਤਰੀਕੇ ਦੇ ਨਾਲ ਸਟੂਡੈਂਟਸ ਨੂੰ ਵੀਜ਼ਾ ਦੇ ਰਿਹਾ ਹੈ। ਦੇਖੋ ਸਟੂਡੈਂਟਸ ਨੂੰ ਇੱਕ ਗੱਲ ਜ਼ਰੂਰ ਇਹ ਕਹਿਣੀ ਚਾਹੀਦੀ ਹੈ ਅੱਜ ਇਸ ਮੰਚ ਤੇ ਕਿ ਸਟੂਡੈਂਟਸ ਦੀ ਜਿਨ੍ਹਾਂ ਦੀ ਫਾਈਲ ਆਸਟ੍ਰੇਲੀਆ ਹਾਈ ਕਮਿਸ਼ਨ ਦੇ ਵਿੱਚ ਲੱਗੀ ਹੋਈ ਹੈ, ਥੋੜਾ ਜਿਹਾ ਡਿਲੇ ਜ਼ਰੂਰ ਹੋ ਰਿਹਾ ਰਿਜ਼ਲਟ ਆਉਣ ਦੇ ਵਿੱਚ। ਇਸ ਦੇ ਲਈ ਕਹਿ ਰਹੇ ਹਾਂ ਕਿ ਤੁਹਾਨੂੰ ਥੋੜਾ ਜਿਹਾ ਪੇਸ਼ੈਂਸਲੀ ਜਿਹੜਾ ਹੈ ਵੇਟ ਕਰਨੀ ਪਊਗੀ ਆਪਣੇ ਰਿਜ਼ਲਟ ਦੀ, ਫਾਈਲ ਦੇ ਰਿਵਰਟ ਦੀ। ਜੀ ਦੂਜੀ ਗੱਲ ਇਹ ਹੈ ਕਿ ਆਸਟ੍ਰੇਲੀਆ ਹੁਣ ਪ੍ਰੋਫਾਈਲਸ ਨੂੰ ਐਕਸੈਪਟ ਕਰ ਰਿਹਾ, ਚਾਹੇ 20 ਪਾਸ ਆਊਟ ਹੈ, 21 ਪਾਸ ਆਊਟ ਹੈ ਜਾਂ 22 ਪਾਸ ਆਊਟ ਹੈ, ਲੇਕਿਨ ਪ੍ਰੋਫਾਈਲ ਦੇ ਨਾਲ ਸਭ ਤੋਂ ਪਹਿਲੀ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਹਰਜੋਤ ਮੈਮ ਉਹ ਇਹ ਹੈ ਕਿ ਬੱਚਿਆਂ ਕੋਲ ਫੰਡਸ ਜਿਹੜੇ ਹੈਗੇ ਨੇ ਉਹ ਜੈਨੂਇਨ ਹੋਣੇ ਚਾਹੀਦੇ ਨੇ, ਕਿਉਂਕਿ ਆਸਟ੍ਰੇਲੀਆ ਫੰਡਸ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਹੈ ਸਟ੍ਰਿਕਟ ਹੈ ਔਰ ਪ੍ਰੋਪਰ ਵੈਰੀਫਿਕੇਸ਼ਨਸ ਨੇ ਜਿਹੜੀਆਂ ਉਹ ਆ ਰਹੀਆਂ ਨੇ। ਜੀ ਬਿਲਕੁਲ। ਸੋ ਹੋਰ ਵੀ ਕਈ ਸਵਾਲ ਪ੍ਰੋਫਾਈਲਸ ਨਾਲ ਰਿਲੇਟਡ ਵੀ ਮੈਂ ਜ਼ਰੂਰ ਕਰਾਂਗੀ ਕਿਉਂਕਿ ਸਟੂਡੈਂਟ ਸਾਡੇ ਕੋਲ ਅਕਸਰ ਆਪਣੀ ਪ੍ਰੋਫਾਈਲ ਡਿਸਕਸ ਕਰਦੇ ਨੇ। ਸੋ ਕਾਮਨ ਜੋ ਸਵਾਲ ਨੇ ਉਹ ਇਸ ਸ਼ੋਅ ਵਿੱਚ ਸ਼ਾਮਿਲ ਜ਼ਰੂਰ ਕਰਨਾ ਚਾਹਾਂਗੀ। ਬਾਕੀ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਲਗਾਤਾਰ ਜੋ ਨੰਬਰ ਡਿਸਪਲੇ ਹੋ ਰਿਹਾ ਹੈ ਸਕਰੀਨ ਦੇ ਉੱਪਰ, ਤੁਸੀਂ ਇਸ ਨੰਬਰ ਨੂੰ ਨੋਟ ਕਰ ਸਕਦੇ ਹੋ। ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸੈਕਟਰ 70 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਵੀ ਕਰ ਸਕਦੇ ਹੋ। ਕਿਸ ਤਰ੍ਹਾਂ ਦੀ ਪ੍ਰੋਫਾਈਲਸ ਨੂੰ ਤੁਸੀਂ ਵੇਖਦੇ ਹੋ ਕਿ ਪੋਜ਼ਿਟਿਵ ਉਹਨਾਂ ਨੂੰ ਰਿਜ਼ਲਟ ਆਉਣ ਵਾਲੇ ਟਾਈਮ ਵਿੱਚ ਮਿਲ ਸਕਦੇ ਨੇ, ਔਰ ਕਿਹੜੀ ਪ੍ਰੋਫਾਈਲ ਨੂੰ ਤੁਸੀਂ ਇਸ ਤਰ੍ਹਾਂ ਦੇਖਦੇ ਹੋ ਕਿ ਹੁਣ ਡਿਲੇ ਨਾ ਕਰਨ, ਕਮਿੰਗ ਇਨਟੇਕ ਲਈ ਫਟਾਫਟ ਅਪਲਾਈ ਕਰਨ ਤਾਂ ਕਿ ਉਹਨਾਂ ਦੀ ਪ੍ਰੋਫਾਈਲ ਦੇ ਵਿੱਚ ਗੈਪ ਐਡ ਨਾ ਹੋਵੇ? ਜੀ ਬਿਲਕੁਲ, ਦੇਖੋ ਇਹ ਬਹੁਤ ਹੀ ਇੰਪੋਰਟੈਂਟ ਮੈਸੇਜ ਹੈ ਜਿਹੜਾ ਮੈਂ ਉਹਨਾਂ ਬੱਚਿਆਂ ਨੂੰ ਦੇਣਾ ਚਾਹੁੰਦੀ ਹਾਂ ਜਿਹੜੇ 2020 ਪਾਸ ਆਊਟ ਸਟੂਡੈਂਟ ਹੈਗੇ ਨੇ। ਦੇਖੋ 2020 ਪਾਸ ਆਊਟ ਸਟੂਡੈਂਟ ਜਿਹੜੇ ਨੇ ਜਾਂ ਜਿਨ੍ਹਾਂ ਦੇ ਓਵਰਆਲ 6 ਬੈਂਡ ਹੈ ਜਾਂ ਪੀਟੀ ਦੇ ਵਿੱਚ 50 ਸਕੋਰ ਹੈ ਜਾਂ 45 ਸਕੋਰ ਹੈ, ਉਹਨਾਂ ਨੂੰ ਜ਼ਰੂਰ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ ਕਿ ਉਹ ਬਿਲਕੁਲ ਵੀ ਬਿਨਾਂ ਦੇਰੀ ਕਰੇ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰਨ ਤੇ ਆਪਣੀ ਫਾਈਲ ਨੂੰ ਅਪਲਾਈ ਕਰਾਉਣ ਜੁਲਾਈ ਇਨਟੇਕ ਦੇ ਲਈ, ਕਿਉਂਕਿ ਉਹਨਾਂ ਦੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੈ ਔਰ ਇਹੀ ਲਾਸਟ ਇਨਟੇਕ ਹੈ ਜਿਸ ਦੇ ਵਿੱਚ ਉਹਨਾਂ ਦੇ ਵੀਜ਼ਾ ਆਉਣ ਦੇ ਚਾਂਸਸ ਜ਼ਿਆਦਾ ਨੇ, ਕਿਉਂਕਿ ਇਸ ਇਨਟੇਕ ਤੋਂ ਬਾਅਦ ਜੇ 20 ਪਾਸ ਆਊਟ ਸਟੂਡੈਂਟ ਅਪਲਾਈ ਕਰਦਾ ਤੇ ਉਹਦੇ ਵੀਜ਼ਾ ਆਉਣ ਦੇ ਚਾਂਸਸ ਵੀ ਜਿਹੜੇ ਨੇ ਕਾਫੀ ਘਟ ਜਾਂਦੇ ਨੇ। ਸੋ ਇਸ ਲਈ ਤੁਹਾਨੂੰ ਥੋੜਾ ਜਿਹਾ ਹੋਰ ਧਿਆਨ ਦੇਣ ਦੀ ਜ਼ਰੂਰਤ ਹੈ। ਜੀ ਬਿਲਕੁਲ। ਅਗਰ ਅਸੀਂ ਅੱਗੋਂ ਗੱਲ ਕਰੀਏ, ਗੱਲ GIC ਦੀ ਆ ਜਾਂਦੀ ਹੈ, ਗੱਲ ਜੈਨੂਇਨ ਫੰਡਸ ਦੀ ਆ ਜਾਂਦੀ ਹੈ, ਤਾਂ ਮੈਂ ਇਸ ਬਾਰੇ ਜ਼ਰੂਰ ਚਾਹੂੰਗੀ ਕਿ ਆਪਾਂ ਹਾਲਾਂਕਿ ਪਹਿਲਾਂ ਵੀ ਚਰਚਾ ਕਰਦੇ ਹਾਂ ਪਰ ਮੈਂ ਜ਼ਰੂਰ ਚਾਹੂੰਗੀ ਕਿ ਜੇਕਰ ਇਸ ਵਾਰ ਸਾਡੇ ਸ਼ੋਅ ਨਾਲ ਪਹਿਲੀ ਵਾਰ ਵੀ ਕੋਈ ਦਰਸ਼ਕ ਜੁੜੇ ਨੇ ਤਾਂ ਆਪਾਂ ਉਹਨਾਂ ਨੂੰ ਵੀ ਸਹੀ ਜਾਣਕਾਰੀ ਦਈਏ ਤਾਂ ਕਿ ਉਹ ਸਹੀ ਰਸਤੇ ਤੇ ਸਹੀ ਜੋ ਹੈ ਜਾਣਕਾਰੀ ਦੇ ਨਾਲ ਅੱਗੇ ਵਧਣ ਅਤੇ ਸਕਸੈਸਫੁਲੀ ਆਪਣਾ ਸਟੱਡੀ ਵੀਜ਼ਾ ਲੈ ਸਕਣ। ਜੀ ਕਿਸ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਫੰਡਸ ਨੂੰ ਤੁਸੀਂ ਜੈਨੂਇਨ ਵਿੱਚ ਕਾਊਂਟ ਕਰਦੇ ਹੋ, ਕਿਸ ਤਰ੍ਹਾਂ ਦੇ ਸੋਰਸਿਸ ਤੋਂ ਉਹਨਾਂ ਨੂੰ ਫੰਡਸ ਸ਼ੋ ਕਰਨੇ ਚਾਹੀਦੇ ਆ?
ਜੀ ਬਿਲਕੁਲ ਦੇਖੋ ਜੇ ਅਸੀਂ ਗੱਲ ਕਰਦੇ ਹਾਂ ਫੰਡਸ ਦੀ ਜਾਂ ਇੱਕ ਇਕਨੋਮਿਕਲ ਸੋਰਸਿਸ ਦੀ ਜਾਂ ਉਹਨਾਂ ਦੇ ਕੰਮਕਾਰ ਕੀ ਕਰ ਰਹੇ ਨੇ ਪੈਰੈਂਟਸ ਜਾਂ ਇਨਕਮ ਦਾ ਸੋਰਸ ਕੀ ਹੈਗਾ ਆ, ਜੇ ਬੱਚਾ ਉੱਥੇ ਚਲਾ ਜਾਊਗਾ ਕਿ ਪੈਰੈਂਟਸ ਸਪੋਰਟ ਕਰ ਸਕਦੇ ਜਾਂ ਨਹੀਂ ਕਰ ਸਕਦੇ, ਬੱਚਾ ਉਧਰਲੀ ਗਵਰਨਮੈਂਟ ਤੇ ਫਾਈਨੈਂਸ਼ੀਅਲੀ ਕਿਸੇ ਤਰੀਕੇ ਦੀ ਬਰਡਨ ਤਾਂ ਨਹੀਂ ਬਣੂਗਾ, ਇਹ ਚੀਜ਼ਾਂ ਤੋਂ ਸੈਟੀਸਫਾਈ ਕਰਾਉਣਾ ਵੀਜ਼ਾ ਆਫਿਸਰ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਆ। ਕਿਉਂਕਿ ਬਹੁਤ ਬੱਚੇ ਐਂਡ ਆਫ ਦਾ ਮੂਵਮੈਂਟ ਨਾਰਾਜ਼ ਹੋ ਜਾਂਦੇ ਜਦੋਂ ਰਿਫਿਊਜ਼ਲ ਆਉਂਦੀ ਹੈ ਕਿ ਬਈ ਸਾਡੇ ਇੰਨੇ ਫੰਡਸ ਹੈਗੇ ਨੇ, ਵੀਜ਼ਾ ਕਿਉਂ ਨਹੀਂ ਆਇਆ, ਬਹੁਤ ਰੀਜ਼ਨਸ ਹੁੰਦੇ ਨੇ। ਦੇਖੋ ਇਦਾਂ ਦੀ ਚੀਜ਼ਾਂ ਨਹੀਂ ਹੁੰਦੀਆਂ, ਫੰਡਸ ਔਰ ਤੁਹਾਡੇ ਇਨਕਮ ਜਨਰੇਟ ਕਿੱਥੋਂ ਹੋ ਰਹੀ ਹੈ, ਤੁਹਾਡੇ ਸੋਰਸਿਸ ਕੀ ਹੈ, ਜਾਂ ਜਿੰਨੇ ਫੰਡਸ ਤੁਸੀਂ ਸ਼ੋਅ ਕੀਤੇ ਨੇ ਉਹਨਾਂ ਦੇ ਸੋਰਸਿਸ ਕੀ ਹੈ, ਜੇ ਵੀਜ਼ਾ ਆਫਿਸਰ ਇਹਨਾਂ ਚੀਜ਼ਾਂ ਤੋਂ ਸੈਟੀਸਫਾਈ ਹੁੰਦਾ ਆ ਤਾਂ ਹੀ ਜਿਹੜਾ ਹੈਗਾ ਤੁਹਾਨੂੰ ਵੀਜ਼ਾ ਗ੍ਰਾਂਟ ਹੁੰਦਾ। ਸੋ ਇਹਨਾਂ ਚੀਜ਼ਾਂ ਤੇ ਕੰਮ ਕਰਨਾ ਬਹੁਤ ਇੰਪੋਰਟੈਂਟ ਹੈ ਜੀ। ਦੇਖੋ ਇੱਕ ਜ਼ਰੂਰ ਹੈ, ਜਦੋਂ ਅਸੀਂ ਪੈਰੈਂਟਸ ਨੂੰ ਕੋਈ ਸਲਾਹ ਦਿੰਨੇ ਆ ਫੰਡਸ ਕਿਸ ਤਰੀਕੇ ਨਾਲ ਸ਼ੋਅ ਕਰਨੇ ਨੇ, ਕਿਸ ਤਰੀਕੇ ਨਾਲ ਸ਼ੋਅ ਹੋ ਸਕਦੇ ਨੇ, ਤੇ ਜ਼ਰੂਰ ਸਲਾਹ ਮੰਨਿਆ ਕਰੋ। ਸਟੂਡੈਂਟਸ ਖਾਸ ਕਰਕੇ ਜਦੋਂ ਆਪਣੀ ਕਾਲਜ ਯੂਨੀਵਰਸਿਟੀਜ਼ ਚੂਜ਼ ਕਰਦੇ ਨੇ ਉਹ ਜ਼ਰੂਰ ਆਪਣੇ ਕੰਸਲਟੈਂਟ ਦੀ ਸਲਾਹ ਮੰਨਿਆ ਕਰਨ, ਕਿਉਂਕਿ ਬੜੇ ਬੱਚੇ ਇਦਾਂ ਦੇ ਹੁੰਦੇ ਨੇ ਜਿਹਨਾਂ ਦੀ ਆਪਣੀਆਂ ਮਰਜ਼ੀਆਂ ਹੁੰਦੀਆਂ ਨੇ ਕਿ ਅਸੀਂ ਇਸ ਯੂਨੀਵਰਸਿਟੀ ਦੇ ਵਿੱਚ ਜਾਣਾ, ਇੱਥੇ ਐਡਮਿਸ਼ਨ ਲੈਣੀ ਹੈ, ਫਿਰ ਜਦੋਂ ਐਂਡ ਆਫ ਦਾ ਮੂਵਮੈਂਟ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਤੇ ਉਹ ਕੰਸਲਟੈਂਟ ਨੂੰ ਹੀ ਕਹਿੰਦੇ ਨੇ। ਸੋ ਕੰਸਲਟੈਂਟ ਨੂੰ ਦੇਖ ਲੈਣ ਦਿਆ ਕਰੋ ਕਿ ਵੀਜ਼ਾ ਕਿੱਥੋਂ ਨਿਕਲ ਸਕਦਾ ਹੈ, ਕਿੱਥੋਂ ਜ਼ਿਆਦਾ ਚਾਂਸਸ ਹੈਗੇ ਨੇ। ਇੱਕ ਵਾਰੀ ਵੀਜ਼ਾ ਲੈ ਲਓ, ਉਸ ਤੋਂ ਬਾਅਦ ਔਨ ਸ਼ੋਰ ਜਾ ਕੇ ਜੋ ਤੁਸੀਂ ਚੇਂਜਸ ਕਰਾਣੀ ਹੈ ਅਕੋਰਡਿੰਗ ਟੂ ਦਾ ਰੂਲਸ ਐਂਡ ਰੈਗੂਲੇਸ਼ਨਸ, ਅਕੋਰਡਿੰਗ ਟੂ ਦਾ ਇਮੀਗ੍ਰੇਸ਼ਨ ਲਾਅ, ਤੁਸੀਂ ਉੱਥੇ ਜਾ ਕੇ ਵੀ ਚੇਂਜਸ ਕਰਾ ਸਕਦੇ ਹੋ। ਲੇਕਿਨ ਹਰ ਗੱਲ ਤੇ ਜੋ ਤੁਸੀਂ ਆਪਣੀ ਮਰਜ਼ੀ ਕਰਦੇ ਰਹਿੰਦੇ ਹੋ ਤੇ ਉਸ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਰਿਫਿਊਜ਼ਲ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪੈ ਸਕਦਾ ਆ। ਸੋ ਇਸ ਲਈ ਜੇ ਤੁਸੀਂ ਕੋਈ ਵੀ ਫਾਈਲ ਅਪਲਾਈ ਕਰਵਾ ਰਹੇ ਹੋ ਤੇ ਇੱਕ ਵਾਰੀ ਜ਼ਰੂਰ ਕੰਸਲਟੈਂਟ ਦੀ ਸਹੀ ਸਲਾਹ ਦੇ ਨਾਲ ਹੀ ਅੱਗੇ ਸਟੈਪ ਲਿਆ ਕਰੋ, ਫਾਈਲ ਅਪਲਾਈ ਕਰਵਾਇਆ ਕਰੋ। ਤੇ ਜੇ ਅਸੀਂ ਫੰਡਸ ਦੀ ਗੱਲ ਕਰਦੇ ਹਾਂ ਤੇ ਫੰਡਸ ਦਾ ਸੋਰਸ ਜਿਹੜਾ ਦਿਖਾਉਣਾ ਬਹੁਤ ਇੰਪੋਰਟੈਂਟ ਹੁੰਦਾ ਹੈ, ਪੁਰਾਣੇ ਫੰਡਸ ਦਿਖਾਣੇ ਬਹੁਤ ਇੰਪੋਰਟੈਂਟ ਹੁੰਦੇ ਨੇ। ਸੋ ਕਈ ਐਪਲੀਕੈਂਟਸ ਕੋਲ ਇਹ ਚੀਜ਼ਾਂ ਨਹੀਂ ਅਵੇਲੇਬਲ ਹੁੰਦੀਆਂ, ਲੇਕਿਨ ਇਸ ਤੇ ਵੀ ਜਿਹੜਾ ਤੁਹਾਨੂੰ ਪ੍ਰੋਪਰ ਆਪਣੀ ਫਾਈਨੈਂਸ਼ੀਅਲ ਐਡਵਾਈਜ਼ਰ ਦੀ ਜਿਹੜੀ ਸਲਾਹ ਲੈ ਕੇ ਹੀ ਅੱਗੇ ਪੂਰਾ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਹੁਣ ਆਸਟ੍ਰੇਲੀਅਨ ਹਾਈ ਕਮਿਸ਼ਨ ਕਾਫੀ ਜ਼ਿਆਦਾ ਸਟ੍ਰਿਕਟ ਹੋ ਚੁੱਕੀ ਹੈ ਔਰ ਉਹ ਹਰ ਇੱਕ ਪੇਪਰ ਦੀ ਜਿਹੜੀ ਹੈ ਇਨਕੁਆਇਰੀ ਕਰਦੀ ਹੈ ਤੇ ਵੈਰੀਫਿਕੇਸ਼ਨ ਕਰਦੀ ਹੈ। ਜੀ 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 ਬਿਲਕੁਲ। ਸੋ ਇੱਥੇ ਮੈਂ ਵੀ ਜ਼ਰੂਰ ਇੱਕ ਗੱਲ ਡਿਸਕਸ ਕਰਨਾ ਚਾਹੂੰਗੀ, ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗੀ ਕਿ ਆਪਾਂ ਜਿਵੇਂ ਦੇਖਦੇ ਹਾਂ ਕਿ ਕਿਸੇ ਵੀ ਕੰਟਰੀ ਲਈ ਅਪਲਾਈ ਕਰਨਾ, ਹਰੇਕ ਕੰਟਰੀ ਲਈ ਫਾਈਲਿੰਗ ਇੱਕ ਅਲੱਗ ਪ੍ਰੋਸੈਸ ਹੁੰਦਾ ਹੈ। ਆਸਟ੍ਰੇਲੀਆ ਦੇ ਫਾਈਲਿੰਗ ਦੇ ਪ੍ਰੋਸੈਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਕਿਹੜੀ ਕਿਹੜੀ ਚੀਜ਼ਾਂ ਵੱਲ ਗੌਰ ਕਰਨੀ ਬਹੁਤ ਜ਼ਰੂਰੀ ਹੈ? ਜੀ ਬਿਲਕੁਲ, ਦੇਖੋ ਆਸਟ੍ਰੇਲੀਆ ਦੀ ਖਾਸ ਕਰਕੇ ਜੇ ਫਾਈਲਿੰਗ ਦੀ ਅਸੀਂ ਗੱਲ ਕਰੀਏ ਕਿ ਬੱਚੇ ਜਿਹੜੇ ਹੈਗੇ ਨੇ, ਸਭ ਤੋਂ ਪਹਿਲਾਂ ਤਾਂ ਦੇਖੋ ਬਹੁਤ ਇੰਪੋਰਟੈਂਟ ਹੁੰਦਾ ਹੈ ਕਿ ਬੱਚਾ ਕਿਹੜੀ ਸਟਰੀਮ ਤੋਂ ਇੱਥੇ ਪਾਸ ਆਊਟ ਹੈਗਾ ਹੈ ਤੇ ਅੱਗੇ ਜੇ ਪੜ੍ਹਨ ਜਾਣਾ ਚਾਹੁੰਦਾ ਹੈ ਤੇ ਕਿਉਂ ਜਾਣਾ ਚਾਹੁੰਦਾ ਹੈ, ਕਿ ਉਹਦਾ ਕੋਰਸ ਆਪਣੀ ਕੰਟਰੀ 'ਚ ਅਵੇਲੇਬਲ ਵੀ ਹੈਗਾ ਤਾਂ ਵੀ ਉਹ ਨਹੀਂ ਕਰਨਾ ਚਾਹੁੰਦਾ, ਉੱਥੇ ਜਾ ਕੇ ਕਰਨਾ ਚਾਹੁੰਦਾ। ਇਹ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਟਰ ਕਰਦੀਆਂ ਨੇ। ਬੱਚੇ ਦਾ ਜਾਣ ਦਾ ਰੀਜ਼ਨ ਕੀ ਹੈ, ਕਿ ਵਾਪਸ ਆਉਣ ਦੇ ਬੱਚੇ ਦੇ ਰੂਟਸ ਹੈ ਜਿਹੜੇ ਕਿੰਨੇ ਕੁ ਸਟਰੋਂਗ ਹੈਗੇ ਨੇ ਇੰਡੀਆ ਦੇ ਨਾਲ, ਉਹਦੀ ਫੈਮਿਲੀ ਦੇ ਰੂਟਸ ਜਿਹੜੇ ਕਿੰਨੇ ਸਟਰੋਂਗ ਹੈ, ਟਾਈ ਅਪ ਕਿਵੇਂ ਦਾ ਹੈਗਾ ਆ, ਫੈਮਿਲੀ ਦਾ ਇੱਥੇ ਕੀ ਬਿਜ਼ਨਸ ਹੈ ਜਾਂ ਕੀ ਕੰਮ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ GT ਕ੍ਰਾਈਟੇਰੀਆ ਕਲੀਅਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ, ਜਿਸ ਕਰਕੇ ਹੀ ਜਿਹੜਾ ਹੈਗਾ ਬੱਚੇ ਦਾ ਵੀਜ਼ਾ ਆਉਣ ਦੇ ਚਾਂਸਸ ਕਾਫੀ ਜ਼ਿਆਦਾ ਵੱਧ ਜਾਂਦੇ ਨੇ। SOP ਤੇ ਅਸੀਂ ਕਾਫੀ ਕੰਮ ਕਰਦੇ ਹਾਂ ਕਿ SOP ਦੇ ਜ਼ਰੀਏ ਕਿਤੇ ਨਾ ਕਿਤੇ ਵੀਜ਼ਾ ਆਫਿਸਰ ਨੂੰ ਅਸੀਂ ਸ਼ੋਰ ਕਰਦੇ ਹਾਂ ਕਿ ਬੱਚੇ ਕਿਉਂ ਬਾਹਰ ਜਾਣਾ ਚਾਹੁੰਦਾ ਹੈ, ਕਿਉਂ ਪੜ੍ਹਨਾ ਚਾਹੁੰਦਾ ਤੇ ਵਾਪਸ ਆ ਕੇ ਆਪਣੀ ਹੋਮ ਕੰਟਰੀ ਨੂੰ ਸਰਵ ਕਰਨਾ ਚਾਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਇਹਨਾਂ ਤੇ ਕੰਮ ਕਰਦੇ ਹਾਂ। ਔਰ ਮੀਨਵਾਈਲ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਦੇਖੋ ਅਪਲਾਈ ਕਰਨ ਦੇ ਇੰਨਾ ਅਸੀਂ ਤੁਹਾਡੀ ਫਾਈਲ ਤੇ ਕੰਮ ਕਰਦੇ, ਆਫਰ ਲੈਟਰ ਮੰਗਵਾਉਣ ਦੇ ਕੋਈ ਵੀ ਚਾਰजेस ਨਹੀਂ ਹੈਗੇ ਨੇ, ਕੋਈ ਵੀ ਕੰਸਲਟੈਂਸੀ ਫੀਸ ਨਹੀਂ ਹੈਗੀ ਹੈ, ਨਾ ਵੀਜ਼ਾ ਆਉਣ ਤੋਂ ਪਹਿਲਾਂ ਨਾ ਵੀਜ਼ਾ ਆਉਣ ਤੋਂ ਬਾਅਦ। ਸੋ ਇਹ ਸਟਾਰ ਫਿਊਚਰ ਇਮੀਗ੍ਰੇਸ਼ਨ ਇੱਕ ਤੁਹਾਨੂੰ ਬਹੁਤ ਵੱਡੀ ਜਿਹੜਾ ਹੈਗਾ ਆ ਕੰਸੈਸ਼ਨ ਦੇ ਰਿਹਾ ਇਸ ਦੇ ਵਿੱਚ ਕਿ ਤੁਹਾਡੇ ਕੋਲ ਕੋਈ ਵੀ ਫਾਈਲਿੰਗ ਚਾਰजेस ਜਿਹੜੇ ਨੇ ਆਸਟ੍ਰੇਲੀਆ ਦੇ ਨਹੀਂ ਲਿੱਤੇ ਜਾਣਗੇ, ਚਾਹੇ 20 ਪਾਸ ਆਊਟ ਹੈ, 21 ਪਾਸ ਆਊਟ ਹੈ, 22 ਪਾਸ ਆਊਟ ਹੈ ਜਾਂ ਸਪਾਊਸ ਕੇਸ ਹੈ। ਸੋ ਤੁਸੀਂ ਸਾਡੇ ਨੀਚੇ ਲਿਖੇ ਹੋਏ ਨੰਬਰਾਂ ਤੇ 9592 ਤੇ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਸੋ ਜਿਹੜੇ 20 ਪਾਸ ਆਊਟ ਸਟੂਡੈਂਟ ਹੈ, 21 ਪਾਸ ਆਊਟ ਸਟੂਡੈਂਟ ਹੈ, ਉਹ ਜੁਲਾਈ ਇਨਟੇਕ ਵਾਸਤੇ ਜਲਦ ਤੋਂ ਜਲਦ ਆ ਕੇ ਅਪਲਾਈ ਕਰਨ। ਜੀ 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 ਬਿਲਕੁਲ। ਤੇ ਜਦੋਂ ਗੱਲ ਆਉਂਦੀ ਹੈ ਕਿ ਕੋਈ ਸਟੂਡੈਂਟ ਗ੍ਰੈਜੂਏਸ਼ਨ ਲਈ ਅਪਲਾਈ ਕਰਨ ਜਾ ਰਿਹਾ ਜਾਂ ਕੋਈ ਸਟੂਡੈਂਟ ਮਾਸਟਰਸ ਲਈ ਅਪਲਾਈ ਕਰਨ ਜਾ ਰਿਹਾ, ਤਾਂ ਦੋਵਾਂ ਦੀ ਸਟਰੀਮਸ ਦੇ ਵਿੱਚ ਅਗਰ ਕਿਹੜੀ ਚੀਜ਼ਾਂ ਤੇ ਗੌਰ ਕਰਨੀ ਚਾਹੀਦੀ ਹੈ? ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇਕਰ ਮਾਸਟਰਸ ਲਈ ਜਾ ਰਿਹਾ ਤਾਂ ਚੀਜ਼ਾਂ ਥੋੜ੍ਹੀਆਂ ਜ਼ਿਆਦਾ ਮੈਚਿਓਰ ਹੋ ਜਾਂਦੀਆਂ ਨੇ, ਤਾਂ ਉੱਥੇ ਆ ਕੇ ਅੰਬੈਸੀ ਵੱਲੋਂ ਕਿਸ ਤਰ੍ਹਾਂ ਪ੍ਰੋਫਾਈਲ ਨੂੰ ਦੇਖਿਆ ਜਾਂਦਾ ਹੈ? ਜੀ ਬਿਲਕੁਲ, ਦੇਖੋ ਅੰਬੈਸੀ ਦੀ ਜੇ ਅਸੀਂ ਗੱਲ ਕਰੀਏ ਤੇ ਵੀਜ਼ਾ ਆਫਿਸਰ ਹਰ ਪ੍ਰੋਫਾਈਲ ਨੂੰ ਇੰਡੀਪੈਂਡੈਂਟ ਤਰੀਕੇ ਨਾਲ ਦੇਖਦਾ ਹੈ, ਇੱਕ ਇੰਡੀਵਿਜੂਅਲ ਦੇ ਤਰੀਕੇ ਨਾਲ ਦੇਖਦਾ ਹੈ ਕਿ ਜੇ ਕੋਈ ਵੀ ਉੱਥੇ ਪੜ੍ਹਨ ਜਾਣਾ ਚਾਹੁੰਦਾ ਹੈ ਤੇ ਉਹਦਾ ਮੇਨ ਏਮ ਕੀ ਹੈ ਪੜ੍ਹਨ ਜਾਣ ਦਾ, ਕਿ ਉਹ ਕਰਨਾ ਕੀ ਚਾਹੁੰਦਾ ਹੈ, ਉਹਦੇ ਫਿਊਚਰ ਗੋਲਸ ਕੀ ਹੈਗੇ ਨੇ, ਔਰ ਇਹ ਚੀਜ਼ਾਂ ਨੂੰ ਸੈਟੀਸਫਾਈ ਕਰਨਾ ਬਹੁਤ ਇੰਪੋਰਟੈਂਟ ਹੋ ਗਿਆ। ਕਿਉਂਕਿ ਦੇਖੋ ਕਾਲਜਿਸ ਐਂਡ ਯੂਨੀਵਰਸਿਟੀਜ਼ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀਆਂ ਵੀਜ਼ਾ ਆਉਣ ਦੇ ਵਿੱਚ। ਹੁਣ ਆਲਰੇਡੀ ਇੰਡੀਆ ਲੈਵਲ 3 ਦੇ ਵਿੱਚ ਹੈਗਾ ਜੇ ਕਿਸੇ ਨੂੰ ਪਤਾ ਹੋਵੇ, ਔਰ ਜੇ ਤੁਸੀਂ ਆਲਰੇਡੀ ਲੈਵਲ 3 ਜਾਂ ਲੈਵਲ
ਲੈਵਲ 2 ਦੀ ਯੂਨੀਵਰਸਿਟੀਜ਼ ਜਾਂ ਕਾਲਜਸ ਲੈ ਰਹੇ ਹੋ ਤੇ ਵੀਜ਼ਾ ਆਉਣ ਦੇ ਚਾਂਸਸ ਕਾਫੀ ਜ਼ਿਆਦਾ ਘਟ ਜਾਂਦੇ ਨੇ। ਤਾਂ ਹੀ ਅਸੀਂ ਬੱਚਿਆਂ ਨੂੰ ਕਹਿ ਰਹੇ ਕਿ ਤੁਸੀਂ ਆਪਣੀ ਚੋਇਸਸ ਨਾ ਰੱਖਿਆ ਕਰੋ। ਸੋ ਬੱਚੇ ਕਿਤੇ ਨਾ ਕਿਤੇ ਜ਼ਰੂਰ ਕੰਸਲਟੈਂਟ ਦੀ ਸੁਣਨ ਔਰ ਲੈਵਲ 1 ਦੇ ਇੰਸਟੀਟਿਊਟਸ ਜਾਂ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨ ਲੈਣ, ਕਿਉਂਕਿ 2 ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਜਦੋਂ ਤੁਸੀਂ ਚੋਇਸਸ ਨੂੰ ਗਲਤ ਤਰੀਕੇ ਦੇ ਨਾਲ ਆਪਟ ਕਰਕੇ ਅੱਗੇ ਅਪਲਾਈ ਕਰਦੇ ਹੋ ਤੇ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ। ਉਸ ਕੇਸ ਦੇ ਵਿੱਚ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ। ਔਰ ਆਸਟ੍ਰੇਲੀਆ ਇਸ ਟਾਈਮ ਵੀਜ਼ਾ ਦੇ ਰਿਹਾ ਹੈ, ਲੇਕਿਨ ਬਹੁਤ ਇੰਪੋਰਟੈਂਟ ਹੈ ਕਿ ਤੁਹਾਡੇ ਫੰਡਸ ਕਿਵੇਂ ਦੇ ਹੈਗੇ ਨੇ, ਤੁਹਾਡੀ ਚੋਣ ਕੀ ਹੈ ਯੂਨੀਵਰਸਿਟੀ ਜਾਂ ਕਾਲਜਸ ਨੂੰ ਲੈ ਕੇ। ਉਸ ਕੇਸ ਦੇ ਵਿੱਚ ਜਿਹੜਾ ਤੁਹਾਡਾ ਵੀਜ਼ਾ ਆਉਣਾ ਜਾਂ ਨਹੀਂ ਆਉਣਾ ਜਿਹੜਾ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ। ਜੀ ਬਿਲਕੁਲ। ਸੋ ਇੱਕ ਵਾਰ ਫਿਰ ਤੋਂ ਕਹਿਣਾ ਚਾਹੂੰਗੀ ਕਿ ਜੇਕਰ ਤੁਹਾਡੇ ਮਾਈਂਡ ਵਿੱਚ ਕੋਈ ਸਵਾਲ ਚੱਲ ਰਿਹਾ ਹੈ, ਤੁਹਾਡੀ ਚਾਹੇ ਪ੍ਰੋਫਾਈਲ ਨਾਲ ਰਿਲੇਟਡ ਹੈ ਜਾਂ ਤੁਸੀਂ ਕੋਈ ਡਿਸੀਜਨ ਨਹੀਂ ਲੈ ਪਾ ਰਹੇ ਹੋ, ਤਾਂ ਜ਼ਰੂਰ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰਕੇ ਜੋ ਹੈ ਸਟਾਰ ਫਿਊਚਰ ਐਜੂਕੇਸ਼ਨ ਇਮੀਗ੍ਰੇਸ਼ਨ ਸਰਵਿਸਿਜ਼ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰੋ। ਟਾਈਮਲੀ ਸਹੀ ਸਲਾਹ ਲੈ ਕੇ ਰਾਈਟ ਡਿਸੀਜਨ ਲਓ ਔਰ ਸਹੀ ਆਪਸ਼ਨ ਤੇ ਚੱਲਦੇ ਹੋਏ ਆਪਣਾ ਸਟੱਡੀ ਵੀਜ਼ਾ ਤੁਸੀਂ ਲੈ ਸਕਦੇ ਹੋ। ਸੈਕਟਰ 70 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਜਦੋਂ ਵਿਜ਼ਿਟ ਕਰਦੇ ਹੋ, ਅਸੈਸਮੈਂਟ ਕੀਤੀ ਜਾਂਦੀ ਹੈ, ਤਾਂ ਹੀ ਤੁਹਾਨੂੰ ਪਤਾ ਚੱਲਦਾ ਹੈ ਕਿ ਐਕਚੁਅਲ ਵਿੱਚ ਕਿਹੜੀ ਆਪਸ਼ਨ ਤੇ ਤੁਹਾਨੂੰ ਅੱਗੇ ਤੁਰਨਾ ਚਾਹੀਦਾ, ਤਾਂ ਕਿ ਕਿਤੇ ਵੀ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧੋ। ਤੇ ਕਿੰਨਾ ਕੁਝ ਜ਼ਰੂਰੀ ਹੋ ਜਾਂਦਾ ਦੇਖੋ, ਕਿਉਂਕਿ ਜਿਵੇਂ ਆਪਾਂ ਗੱਲ ਤੁਸੀਂ ਵੀ ਕਰ ਰਹੇ ਸੀ ਕਿ ਸਟੂਡੈਂਟ ਆਪਣੀ ਚੁਆਇਸ ਦੇ ਨਾਲ ਪਹਿਲਾਂ ਆਉਂਦੇ ਨੇ, ਪਰ ਪ੍ਰੋਫਾਈਲ ਕਈ ਵਾਰੀ ਕੁਝ ਹੋਰ ਬੋਲ ਰਹੀ ਹੁੰਦੀ ਹੈ, ਸਟੂਡੈਂਟ ਦੀ ਇੱਛਾ ਕੁਝ ਹੋਰ ਹੁੰਦੀ ਹੈ। ਇਹਨਾਂ ਚੀਜ਼ਾਂ ਨੂੰ ਮੈਚ ਕਰਨਾ ਕਿੰਨਾ ਜ਼ਰੂਰੀ ਹੁੰਦਾ ਹੈ, ਜਾਂ ਸਟੂਡੈਂਟ ਨੂੰ ਕਿੱਥੇ ਆ ਕੇ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਯੈਸ ਅਗਰ ਮੇਰਾ ਏਮ ਹੈ ਮੈਂ ਸਟੱਡੀ ਵੀਜ਼ਾ ਲੈਣਾ ਤਾਂ ਮੈਨੂੰ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਚੱਲਣਾ ਚਾਹੀਦਾ ਹੈ। ਕਿਉਂਕਿ ਅੱਜ ਕੱਲ੍ਹ ਇਹ ਦੇਖਿਆ ਜਾਂਦਾ ਮਿਸਮੈਚ ਜਦੋਂ ਹੁੰਦਾ ਹੈ ਆਪਣੀ ਚੁਆਇਸ ਔਰ ਕੀ ਸਾਡੀ ਐਲੀਜੀਬਿਲਿਟੀ ਬਣ ਰਹੀ ਹੈ ਤਾਂ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ, ਪਰ ਦੋਸ਼ ਫਿਰ ਕੰਸਲਟੈਂਟ ਦਾ ਆ ਜਾਂਦਾ ਹੈ। ਬਿਲਕੁਲ। ਔਰ ਉੱਪਰੋਂ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਹਾਡੇ ਫਰੈਂਡਸ ਗਏ ਹੁੰਦੇ ਕਿਸੇ ਨਾ ਕਿਸੇ ਇੱਕ ਸਿਟੀ ਦੇ ਵਿੱਚ ਤੇ ਦੂਸਰੇ ਐਪਲੀਕੈਂਟ ਵੀ ਜਿਹਨਾਂ ਨੇ ਹਲੇ ਅਪਲਾਈ ਕਰਨਾ ਉਹੀ ਸਿਟੀਜ਼ ਨੂੰ ਪ੍ਰੈਫਰ ਕਰਦੇ ਨੇ। ਦੇਖੋ ਜ਼ਰੂਰੀ ਨਹੀਂ ਹੈਗਾ ਜਿੱਥੇ ਤੁਹਾਡੇ ਰਿਸ਼ਤੇਦਾਰ ਨੇ ਜਾਂ ਤੁਹਾਡੇ ਫਰੈਂਡਸ ਹੈ ਤੁਸੀਂ ਉਸੇ ਸਿਟੀ ਦੇ ਵਿੱਚ ਜਾਓ। ਸਾਡੀ ਕੋਸ਼ਿਸ਼ ਸਭ ਤੋਂ ਪਹਿਲਾਂ ਇਹ ਰਹਿੰਦੀ ਕਿ ਵੀਜ਼ਾ ਆ ਜਾਏ, ਉਸ ਤੋਂ ਬਾਅਦ ਜੇ ਤੁਸੀਂ ਆਪਣੀ ਔਨ ਸ਼ੋਰ ਕੁਝ ਵੀ ਆਪਣਾ ਚੇਂਜ ਕਰਨਾ ਚਾਹੁੰਦੇ ਅਕੋਰਡਿੰਗ ਟੂ ਦਾ ਇਮੀਗ੍ਰੇਸ਼ਨ ਲਾਅ ਤੁਸੀਂ ਚੇਂਜ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਇੱਥੇ ਰਹਿੰਦੇ ਹੋਏ ਆਪਣੀ ਪ੍ਰੈਫਰੈਂਸ ਨਾ ਰੱਖੋ। ਲੈਟ ਅਸ ਡਿਸਾਈਡ ਕਿ ਕਿਹੜੇ ਸਿਟੀ ਦੇ ਵਿੱਚ ਕਿਹੜੇ ਕੋਰਸਿਸ ਜਾਂ ਕਿਹੜੇ ਇੰਸਟੀਚਿਊਟ ਜਾਂ ਕਾਲਜਸ ਦੇ ਵਿੱਚ ਜਿਹੜੇ ਤੁਹਾਡੀ ਫਾਈਲ ਅਪਲਾਈ ਹੋਵੇ ਜਿਸ 'ਚ ਸਾਨੂੰ ਸਕਸੈਸ ਰੇਟ ਹੈ ਜਿਹੜਾ ਜ਼ਿਆਦਾ ਮਿਲੇ। ਕਿਉਂਕਿ ਦੇਖੋ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਕਾਫੀ ਅੱਛਾ ਸਕਸੈਸ ਰੇਟ ਹੈ, ਲੇਕਿਨ ਜੇ ਤੁਸੀਂ ਗਲਤ ਆਪਟ ਕਰ ਲਓਗੇ ਤੇ ਤੁਹਾਨੂੰ ਹੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਅਸੀਂ ਇਮੀਗ੍ਰੇਸ਼ਨ ਕੰਸਲਟੈਂਟ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਵੀ ਪਤਾ ਹੈ ਕਿ ਇੱਕ ਥੈਂਕਲੈਸ ਜੌਬ ਹੈਗੀ ਹੈ ਜੀ। ਬਿਲਕੁਲ, ਜਿਨ੍ਹਾਂ ਦਾ ਵੀਜ਼ਾ ਆ ਜਾਂਦਾ ਉਹਨਾਂ ਲਈ ਤਾਂ ਬਹੁਤ ਵਧੀਆ, ਜਿਨ੍ਹਾਂ ਦਾ ਨਹੀਂ ਆਉਂਦਾ ਉਹਨਾਂ ਲਈ ਸਾਡੇ ਤੋਂ ਬੁਰਾ ਕੰਸਲਟੈਂਟ ਹੀ ਕੋਈ ਨਹੀਂ ਹੈਗਾ। ਬਟ ਦੈਟ ਵੀ ਰਿਗਾਰਡ ਯੋਰ ਇਮੋਸ਼ਨਸ ਕਿ ਤੁਹਾਡੇ ਇਮੋਸ਼ਨਸ ਕਿਤੇ ਨਾ ਕਿਤੇ ਤੁਹਾਡੀ ਫਾਈਲ ਦੇ ਨਾਲ ਜੁੜੇ ਹੁੰਦੇ ਐਂਡ ਵੀ ਅੰਡਰਸਟੈਂਡ। ਔਰ ਇਸ ਚੀਜ਼ ਨੂੰ ਲੈ ਕੇ ਪਲੀਜ਼ ਤੁਸੀਂ ਪੈਨਿਕ ਨਾ ਕਰਿਆ ਕਰੋ, ਕਿਉਂਕਿ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡਾ ਵੀਜ਼ਾ ਆਵੇ ਔਰ ਜਦੋਂ ਤੁਹਾਡਾ ਵੀਜ਼ਾ ਆਉਂਦਾ ਉਸ ਤੋਂ ਬਾਅਦ ਹੀ ਜਿਹੜਾ ਸਾਨੂੰ ਪ੍ਰੋਫਿਟ ਹੁੰਦਾ, ਅਦਰਵਾਈਜ਼ ਉਸ ਤੋਂ ਪਹਿਲਾਂ ਤੁਹਾਡੀ ਫਾਈਲ ਅਪਲਾਈ ਕਰਨ ਤੱਕ ਦਾ ਕੋਈ ਪ੍ਰੋਫਿਟ ਨਹੀਂ ਹੁੰਦਾ। ਜਿਵੇਂ ਕਿ ਅਸੀਂ ਪਹਿਲੇ ਕਹਿ ਚੁੱਕੇ ਹਾਂ ਕਿ ਸਾਡੇ ਕੋਈ ਵੀ ਕੰਸਲਟੈਂਸੀ ਚਾਰजेस ਨਹੀਂ ਹੈ। ਸਟਾਰ ਫਿਊਚਰ ਇਮੀਗ੍ਰੇਸ਼ਨ ਅੰਦਰ ਦੀ ਕੰਪਨੀ ਨਹੀਂ ਹੈ ਕਿ ਤੁਹਾਡੀ ਫਾਈਲ ਨੂੰ ਐਕਸੈਪਟ ਕੀਤਾ, ਅਸੀਂ ਅਪਲਾਈ ਕਰਤਾ, ਆਪਣੇ ਜਿਹੜੇ ਨੇ ਅਸੀਂ ਚਾਰजेस ਆਪਣੇ ਲੈ ਲਏ, ਵੀਜ਼ਾ ਆਏ ਨਾ ਆਏ ਤੇ ਸਾਨੂੰ ਕੋਈ ਲੈਣਾ ਦੇਣਾ ਨਹੀਂ, ਇੱਦਾਂ ਕੁਝ ਵੀ ਨਹੀਂ ਹੁੰਦਾ ਜੀ। ਬਿਲਕੁਲ ਸਾਡੀ ਪੂਰੀ ਮਿਹਨਤ ਹੁੰਦੀ ਹੈ ਕਿ ਤੁਹਾਡਾ ਵੀਜ਼ਾ ਆਏ ਔਰ ਤੁਹਾਨੂੰ ਸਕਸੈਸ ਮਿਲੇ। ਸੋ ਇਸੇ ਇੱਕ ਹੋਪ ਦੇ ਨਾਲ ਅਸੀਂ ਤੁਹਾਡੀ ਫਾਈਲ ਨੂੰ ਅੱਗੇ ਪ੍ਰੋਸੀਡ ਕਰਦੇ ਹਾਂ ਔਰ ਵੀਜ਼ਾ ਆਏ ਇਸੇ ਦੇ ਲਈ ਹੀ ਅਸੀਂ ਕੰਮ ਕਰਦੇ ਹਾਂ। ਲੇਕਿਨ ਕਦੇ ਜਦੋਂ ਸਟੂਡੈਂਟਸ ਆਪਣੀ ਮਨਮਰਜ਼ੀਆਂ ਕਰ ਲੈਂਦੇ ਨੇ ਉਸ ਟਾਈਮ ਦੇ ਵਿੱਚ ਸਾਨੂੰ ਵੀ ਕਾਫੀ ਨਿਰਾਸ਼ਾ ਹੁੰਦੀ ਹੈ ਜਦੋਂ ਸਕਸੈਸ ਨਹੀਂ ਮਿਲਦੀ। ਸੋ ਇਸੇ ਲਈ ਸਾਡੀ ਗੁਜ਼ਾਰਿਸ਼ ਹੈ ਕਿ ਤੁਸੀਂ ਕਾਮਲੀ ਜਿਹੜਾ ਆ ਆਪਣਾ ਕੇਸ ਪ੍ਰੋਸੀਡ ਕਰੋ, ਪੇਸ਼ੈਂਸ ਰੱਖੋ ਔਰ ਪੇਸ਼ੈਂਟਲੀ ਜਿਹੜਾ ਤੁਸੀਂ ਆਪਣੇ ਰਿਜ਼ਲਟ ਦੀ ਵੇਟ ਕਰੋ, ਕਿਉਂਕਿ ਇਸ ਟਾਈਮ ਅੰਬੈਸੀ ਜਿਹੜੀ ਹੈ 2 ਤੋਂ 2.5 ਮਹੀਨੇ ਦਾ ਟਾਈਮ ਲੈ ਰਹੀ ਹੈ ਰਿਜ਼ਲਟ ਆਊਟ ਕਰਨ ਦੇ ਵਿੱਚ। ਲੇਕਿਨ ਜਿਹੜੇ 20 ਪਾਸ ਆਊਟ ਸਟੂਡੈਂਟ ਹੈਗੇ ਨੇ ਵਿਦਿਨ ਦਾ ਵੀਕ ਉਹਨਾਂ ਦੀ ਆਫਰ ਲੈਟਰ ਆ ਜਾਊਗੀ। ਉਹ ਐਸ ਸੂਨ ਐਸ ਪੋਸੀਬਲ ਜੁਲਾਈ ਇਨਟੇਕ ਵਾਸਤੇ ਅਪਲਾਈ ਕਰਨ, ਕਿਉਂਕਿ ਜੁਲਾਈ ਇਨਟੇਕ ਹੀ ਕਲਾਸ ਇਨਟੇਕ ਹੈ ਜਿੱਥੇ 20 ਪਾਸ ਆਊਟ ਬੱਚਾ ਅਪਲਾਈ ਕਰਕੇ ਮੈਕਸਿਮਮ ਵੀਜ਼ਾ ਸਕਸੈਸ ਰੇਟ ਦੇ ਨਾਲ ਜਿਹੜਾ ਆ ਆਪਣੀ ਫਾਈਲ ਅੰਬੈਸੀ ਦੇ ਵਿੱਚ ਲਗਾ ਸਕਦਾ ਆ। ਜੀ ਬਿਲਕੁਲ। ਸੋ ਤੁਹਾਨੂੰ ਇੱਕ ਵਾਰ ਫਿਰ ਤੋਂ ਮੈਂ ਦੱਸ ਦਵਾਂ ਕਿ ਸਟਾਰ ਫਿਊਚਰ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ। ਇੱਥੇ ਮੈਂ ਤੁਹਾਡੇ ਤੋਂ ਇਸੇ ਦੇ ਰਿਗਾਰਡਿੰਗ ਸਵਾਲ ਕਰਨਾ ਚਾਹਾਂਗੀ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ, ਕੋਈ ਵੈਸੇ ਜਿਸ ਨੂੰ ਮਾਨਤਾ ਨਹੀਂ ਮਿਲੀ ਹੋਈ, ਕਿੰਨਾ ਕੁ ਫਰਕ ਹੁੰਦਾ ਹੈ ਉਹਨਾਂ ਦੀ ਵਰਕਿੰਗ ਦੇ ਵਿੱਚ? ਜੀ ਬਿਲਕੁਲ। ਦੇਖੋ ਜੇ ਤੇ ਸਾਡੀ ਕੰਪਨੀ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕੰਪਨੀ ਹੈ, ਲਾਇਸੈਂਸ ਅਪਰੂਵਡ ਕੰਪਨੀ ਹੈ, ਤੇ ਦੇਖੋ ਇੱਥੇ ਕਿਤੇ ਵੀ ਇਹ ਚਾਂਸਸ ਨਹੀਂ ਹੁੰਦੇ ਕਿ ਅਸੀਂ ਮਤਲਬ ਵੀ ਆਰ ਨੋਟ ਟਰਸਟਵਰਦੀ। ਤੁਸੀਂ ਟਰਸਟ ਸਾਡੇ ਤੇ ਕਰ ਸਕਦੇ ਹੋ, ਕਿਉਂਕਿ ਜੋ ਫੀਸਿਸ ਟ੍ਰਾਂਸਫਰ ਹੁੰਦੀਆਂ ਕੋਈ ਵੀ
ਅੱਗੇ ਜੋ ਵੀ ਲੈਣ ਦੇਣ ਹੁੰਦਾ ਸਾਰਾ ਅਕਾਊਂਟ ਟੂ ਅਕਾਊਂਟ ਹੀ ਹੁੰਦਾ, ਤੁਹਾਨੂੰ ਪਤਾ ਹੀ ਹੈ। ਸੋ ਵੀ ਡੋਂਟ ਐਕਸੈਪਟ ਐਨੀਥਿੰਗ ਇਨ ਕੈਸ਼। ਸੋ ਜਿਹੜੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੁੰਦਾ ਜਾਂ ਜਿਹੜੇ ਆ ਕੇ ਰੈਂਟ ਤੇ ਆਫਿਸ ਖੋਲ ਕੇ 2 ਦਿਨ ਚਲਾਉਂਦੇ ਨੇ, ਬੰਦ ਕਰ ਦਿੰਦੇ ਨੇ, ਦੇਖੋ ਇਦਾਂ ਦਾ ਨਹੀਂ ਹੈ। ਪਿਛਲੇ 7 ਸਾਲ ਤੋਂ ਅਸੀਂ ਇੱਕ ਹੀ ਜਗ੍ਹਾ ਤੇ ਬੈਠ ਕੇ ਆਪਣਾ ਆਫਿਸ ਅਸੀਂ ਚਲਾ ਰਹੇ ਹਾਂ, ਉਸੇ ਆਫਿਸ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਹਾਂ। ਸੋ ਕਾਫੀ ਲੋਕ ਸਾਡੇ ਨਾਲ ਜੁੜੇ ਨੇ, ਕਾਫੀ ਰੈਫਰੈਂਸਿਸ ਹੈਗੀਆਂ ਨੇ, ਇਸੇ ਲਈ ਜਿੱਥੇ ਅਸੀਂ ਬੈਠ ਕੇ ਕੰਮ ਕਰਦੇ ਹਾਂ, ਸੋ ਵੀ ਰਿਸਪੈਕਟ ਆਰ ਵਰਕ ਪਲੇਸ। ਤੇ ਤੁਸੀਂ ਇੱਕ ਸਾਡੀ ਕੰਪਨੀ ਤੇ ਜ਼ਰੂਰ ਟਰਸਟ ਕਰ ਸਕਦੇ ਹੋ, ਕਿਉਂਕਿ ਦੇਖੋ ਅਸੀਂ ਜੋ ਵੀ ਕੇਸ ਹੈਂਡਲ ਕਰ ਰਹੇ ਹਾਂ, ਸਾਨੂੰ ਗਵਰਨਮੈਂਟ ਨੂੰ ਉਹਦਾ ਰਿਵਰਟ ਦੇਣਾ ਪੈਂਦਾ ਆ, ਟਾਈਮਲੀ ਟਾਈਮ ਟੂ ਟਾਈਮ ਸਾਨੂੰ ਦੱਸਣਾ ਪੈਂਦਾ ਕਿ ਕਿਹੜੇ ਕਲਾਇੰਟਸ ਨੂੰ ਅਸੀਂ ਹੈਂਡਲ ਕੀਤਾ, ਕਿਹੜੀ ਕੰਟਰੀ ਵਾਸਤੇ ਉਹਨਾਂ ਦਾ ਕੇਸ ਪ੍ਰੋਸੀਡ ਕੀਤਾ। ਸੋ ਇਹਨਾਂ ਚੀਜ਼ਾਂ ਤੇ ਅਸੀਂ ਜ਼ਰੂਰ ਗੌਰ ਕਰਦੇ ਹਾਂ। ਸੋ ਜੇ ਤੁਸੀਂ ਆਪਣਾ ਕੇਸ ਅਪਲਾਈ ਕਰਵਾਉਣਾ ਹੈ ਤਾਂ ਤੁਸੀਂ ਐਸ ਸੂਨ ਐਸ ਪੋਸੀਬਲ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰੋ। 9592 ਤੇ ਤੁਸੀਂ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਸਾਡੇ ਆਫਿਸ ਦੇ ਵਿੱਚ ਆ ਸਕਦੇ ਹੋ ਔਰ ਕਮਿੰਗ ਇਨਟੇਕ ਵਾਸਤੇ ਆਸਟ੍ਰੇਲੀਆ ਵਾਸਤੇ ਅਪਲਾਈ ਕਰਵਾ ਸਕਦੇ ਹੋ, ਕਿਉਂਕਿ ਆਸਟ੍ਰੇਲੀਆ ਫਿਲਹਾਲ ਹੁਣ ਵੀਜ਼ਾ ਦੇ ਰਿਹਾ। ਦੇਖੋ ਲੈਵਲ 1 ਦੇ ਵਿੱਚ ਹੀ ਅਸੀਂ ਡੀਲ ਕਰਦੇ ਹਾਂ, ਲੇਕਿਨ ਬਹੁਤ ਇੱਦਾਂ ਦੇ ਸਟੂਡੈਂਟਸ ਹੁੰਦੇ ਨੇ ਜਿਨ੍ਹਾਂ ਦੀ ਆਪਣੀ ਜਿਹੜੇ ਨੇ ਪ੍ਰੈਫਰੈਂਸਿਸ ਹੁੰਦੀਆਂ ਨੇ ਕਿ ਕਿਹੜੀ ਯੂਨੀਵਰਸਿਟੀਜ਼ ਦੇ ਵਿੱਚ ਜਾਣਾ, ਲੇਕਿਨ ਲੈਵਲ 3 ਦੀ ਯੂਨੀਵਰਸਿਟੀਜ਼ ਦੇ ਵਿੱਚ ਦੇਖੋ ਵੀਜ਼ਾ ਆਉਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ, ਜਾਂ ਲੈਵਲ 3 ਦੇ ਕਾਲਜਸ ਦੇ ਵਿੱਚ। ਸੋ ਲੈਵਲ 1 ਦੇ ਵਿੱਚ ਜੇ ਤੁਸੀਂ ਅਪਲਾਈ ਕਰਦੇ ਹੋ ਤੇ ਤੁਹਾਨੂੰ ਵੀਜ਼ਾ ਆਉਣ ਦੇ ਚਾਂਸਸ ਕਾਫੀ ਜ਼ਿਆਦਾ ਵੱਧ ਜਾਂਦੇ ਨੇ। ਜੀ ਬਿਲਕੁਲ। ਸੋ ਮੈਂ ਸਪਾਊਸ ਵੀਜ਼ਾ ਨਾਲ ਵੀ ਰਿਲੇਟਡ ਸਵਾਲ ਜ਼ਰੂਰ ਕਰਨਾ ਚਾਹੂੰਗੀ, ਕਿਉਂਕਿ ਜਦੋਂ ਆਸਟ੍ਰੇਲੀਆ ਦੀ ਗੱਲ ਹੁੰਦੀ ਹੈ ਤਾਂ ਆਪਾਂ ਗੱਲ ਕਰਦੇ ਹਾਂ ਸਪਾਊਸ ਵੀਜ਼ਾ ਦੀ, ਤਾਂ ਕੀ ਐਲੀਜੀਬਿਲਿਟੀ ਹੈ, ਕੀ ਚੀਜ਼ਾਂ ਨੂੰ ਉਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ, ਤਾਂ ਉਹ ਵੀ ਆਪਾਂ ਕਲੀਅਰ ਕਰ ਦਈਏ ਦਰਸ਼ਕਾਂ ਨੂੰ, ਕਿਉਂਕਿ ਮੇਨ ਕਿਤੇ ਨਾ ਕਿਤੇ ਸਾਡੇ ਪੰਜਾਬ ਵੱਲ, ਨਾਰਥ ਸਾਈਡ ਵੱਲ ਸਪਾਊਸ ਵੀਜ਼ਾ ਨੂੰ ਵੀ ਲਗਾਉਣਾ ਨਾਲ ਬਹੁਤ ਇੱਕ ਅਹਿਮ ਰੋਲ ਹੋ ਜਾਂਦਾ ਹੈ। ਜੀ ਬਿਲਕੁਲ। ਦੇਖੋ ਸਪਾਊਸ ਵੀਜ਼ਾ ਬਹੁਤ ਜ਼ਿਆਦਾ ਚੱਲਣ 'ਚ ਹੈ, ਬਹੁਤ ਜ਼ਿਆਦਾ ਐਪਲੀਕੈਂਟ ਜਿਹੜੇ ਨੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ, ਜਿਨ੍ਹਾਂ ਦੇ 6 ਬੈਂਡ ਨੇ, 6.5 ਬੈਂਡ ਨੇ, ਨਾਟ ਲੈਸ ਦੈਨ 5.5 ਹੈਗੇ ਨੇ, ਤੇ ਉਹ ਅਪਲਾਈ ਕਰ ਸਕਦੇ ਨੇ ਆਸਟ੍ਰੇਲੀਆ ਦੇ ਵਿੱਚ। ਲੇਕਿਨ ਸਪਾਊਸ ਦਾ ਗ੍ਰੈਜੂਏਟ ਹੋਣਾ ਇੰਪੋਰਟੈਂਟ ਹੈ ਤੇ ਮੇਨ ਐਪਲੀਕੈਂਟ ਦਾ ਵੀ ਗ੍ਰੈਜੂਏਟ ਹੋਣਾ ਇੰਪੋਰਟੈਂਟ ਹੈ, ਕਿਉਂਕਿ ਮੇਨ ਐਪਲੀਕੈਂਟ ਜੇ ਗ੍ਰੈਜੂਏਟ ਹੈ ਤੇ ਉਹ ਮਾਸਟਰ ਪ੍ਰੋਗਰਾਮ ਦੇ ਵਿੱਚ ਜਾਂ ਪੀਜੀ ਪ੍ਰੋਗਰਾਮ ਦੇ ਵਿੱਚ ਜਾਊਗਾ ਔਰ ਤਾਂ ਹੀ ਉਹਨਾਂ ਦਾ ਸਪਾਊਸ ਉਹਨਾਂ ਦੇ ਨਾਲ ਜਾ ਸਕਦਾ ਆ। ਔਰ ਜੇ ਸਪਾਊਸ ਗ੍ਰੈਜੂਏਟ ਹੈ ਤਾਂ ਹੀ ਉਹ ਮੇਨ ਐਪਲੀਕੈਂਟ ਨੂੰ ਨਾਲ ਅਕੰਪਨੀ ਕਰ ਸਕਦਾ, ਓਪਨ ਵਰਕ ਪਰਮਿਟ ਤੇ ਜਾ ਸਕਦਾ। ਉਹ ਪਹਿਲਾ ਰੂਲ ਸੀਗਾ ਕਿ ਸਪਾਊਸ ਦਾ ਗ੍ਰੈਜੂਏਟ ਹੋਣਾ ਇੰਪੋਰਟੈਂਟ ਨਹੀਂ ਹੈ ਜਾਂ 10ਵੀਂ 8ਵੀਂ ਪਾਸ ਹੈ ਤਾਂ ਵੀ ਜਾ ਸਕਦਾ, ਹੁਣ ਉਹ ਰੂਲ ਨਹੀਂ ਹੈ। ਜੇ ਸਪਾਊਸ ਜਿਹੜਾ ਆ ਗ੍ਰੈਜੂਏਟ ਹੈ ਤਾਂ ਹੀ ਉਹ ਮੇਨ ਐਪਲੀਕੈਂਟ ਨੂੰ ਓਪਨ ਵਰਕ ਪਰਮਿਟ ਤੇ ਅਕੰਪਨੀ ਕਰ ਸਕਦਾ ਆਸਟ੍ਰੇਲੀਆ ਦੇ ਵਿੱਚ। ਔਰ ਫੰਡਸ ਦੀ ਜੇ ਗੱਲ ਕਰੀਏ, ਬਿਲਕੁਲ ਤੁਹਾਡੇ ਫੰਡਸ ਪੁਰਾਣੇ ਹੋਣੇ ਚਾਹੀਦੇ ਨੇ। ਕੋਸ਼ਿਸ਼ ਕਰੋ ਕਿ 25 ਤੋਂ 30 ਲੱਖ ਰੁਪਏ ਦੇ ਫੰਡਸ ਹੈ ਜਿਹੜੇ ਤੁਹਾਨੂੰ ਸ਼ੋਅ ਕਰਨ ਦੀ ਜ਼ਰੂਰਤ ਹੈ, ਉਹ ਤੁਹਾਡੇ ਜੈਨੂਇਨ ਹੋਣੇ ਚਾਹੀਦੇ ਨੇ। ਲੇਕਿਨ ਫੰਡਸ ਦੇ ਨਾਲ ਨਾਲ ਸੋਰਸਿਸ ਨੂੰ ਜਿਹੜਾ ਦਿਖਾਣਾ ਬਹੁਤ ਇੰਪੋਰਟੈਂਟ ਹੈ ਕਿ ਸੋਰਸਿਸ ਕੀ ਨੇ, ਕਿ ਜਿਹੜਾ ਪੈਸਾ ਹੈ ਆਇਆ ਕਿੱਥੋਂ ਹੈ। ਕਿਉਂਕਿ ਦੇਖੋ ਜਿੱਦਾਂ ਜਿੱਦਾਂ ਹੁਣ ਇੰਨਾ ਟਾਈਮ ਹੋ ਚੁੱਕਿਆ, ਆਸਟ੍ਰੇਲੀਅਨ ਹਾਈ ਕਮਿਸ਼ਨ ਪੰਜਾਬੀਆਂ ਨੂੰ ਵੀਜ਼ੇ ਦੇ ਰਹੀ ਹੈ, ਨਾਰਥ ਇੰਡੀਅਨਸ ਨੂੰ ਵੀਜ਼ੇ ਦੇ ਰਹੀ ਹੈ, ਉੱਦਾਂ ਬੜੀਆਂ ਖਾਮੀਆਂ, ਬੜੀਆਂ ਲੂਪ ਹੋਲ ਜਿਹੜੇ ਨੇ ਆਸਟ੍ਰੇਲੀਆ ਹਾਈ ਕਮਿਸ਼ਨ ਦੇ ਸਾਹਮਣੇ ਆਏ ਨੇ। ਚਾਹੇ ਉਹ ਫੇਕ ਫੰਡਸ ਨੂੰ ਲੈ ਕੇ ਹੋਣ, ਚਾਹੇ ਫੇਕ ਡਾਕੂਮੈਂਟਸ ਨੂੰ ਲੈ ਕੇ ਹੋਣ। ਸੋ ਉਹ ਚੀਜ਼ਾਂ ਜਿਵੇਂ ਜਿਵੇਂ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਨੋਟ ਕੀਤੀਆਂ ਨੇ ਜਾਂ ਉਹ ਚੀਜ਼ਾਂ ਨੋਟਿਸ 'ਚ ਆਈਆਂ ਨੇ ਤੇ ਉਹਨਾਂ ਦੇ ਅਗੇਂਸਟ ਐਕਸ਼ਨ ਵੀ ਲਿੱਤਾ ਗਿਆ, ਕਾਫੀ ਲੋਕ ਡਿਪੋਰਟ ਵੀ ਹੋਏ ਨੇ, ਉਦੋਂ ਤੋਂ ਆਸਟ੍ਰੇਲੀਅਨ ਹਾਈ ਕਮਿਸ਼ਨ ਹੋਰ ਜ਼ਿਆਦਾ ਸਟ੍ਰਿਕਟ ਹੋ ਗਈ ਹੈ। ਤੇ ਜੇ ਤੁਸੀਂ ਕੋਈ ਫੰਡਸ ਸ਼ੋਅ ਕਰਦੇ ਹੋ ਆਸਟ੍ਰੇਲੀਅਨ ਹਾਈ ਕਮਿਸ਼ਨ 'ਚ, ਉਹ ਫੰਡਸ ਦੀ ਜ਼ਰੂਰ ਪੜਤਾਲ ਕਰਦੇ ਨੇ, ਵੈਰੀਫਿਕੇਸ਼ਨਸ ਹੁੰਦੀਆਂ ਨੇ। ਸੋ ਇਸ ਚੀਜ਼ ਦਾ ਜਿਹੜਾ ਧਿਆਨ 'ਚ ਤੁਹਾਨੂੰ ਰੱਖਣਾ, ਇਸ ਚੀਜ਼ ਦਾ ਬਹੁਤ ਜ਼ਰੂਰੀ ਹੈਗਾ ਆ ਕਿ ਫੰਡਸ ਤੁਹਾਡੇ ਜੈਨੂਇਨ ਹੋਣੇ ਚਾਹੀਦੇ ਨੇ। ਜੇ ਵਿਆਹ ਦੀ ਗੱਲ ਹੁੰਦੀ ਹੈ ਤੇ ਬਿਲਕੁਲ ਜੀ ਵਿਆਹ ਹੈ ਜਿਹੜਾ ਇਦਾਂ ਨਹੀਂ ਹੈ ਕਿ ਪੁਰਾਣਾ ਹੋਣਾ ਚਾਹੀਦਾ, ਜੈਨੂਇਨ ਵਿਆਹ ਹੋਣਾ ਚਾਹੀਦਾ ਹੈ, ਪ੍ਰੋਪਰ ਤੁਹਾਡੇ ਕੋਲ ਸਰਟੀਫਿਕੇਟਸ ਹੋਣੇ ਚਾਹੀਦੇ ਨੇ, ਪ੍ਰੋਪਰ ਪ੍ਰੂਫ ਹੋਣੇ ਚਾਹੀਦੇ ਨੇ, ਕੋਈ ਪ੍ਰੋਬਲਮ ਨਹੀਂ ਹੈ। ਦੇਖੋ ਪਹਿਲੀ ਗੱਲ ਹੁੰਦੀ ਸੀਗੀ ਕਿ ਜਦੋਂ ਫੇਕ ਮੈਰਿਜਸ ਵੀ ਪਕੜੀਆਂ ਗਈਆਂ ਨੇ, ਲੇਕਿਨ ਹੁਣ ਇਹੀ ਹੁੰਦਾ ਕਿ ਜੇ ਤੁਹਾਡੇ ਕੋਲ ਫੰਡਸ ਜੈਨੂਇਨ ਨੇ, ਰਿਲੇਸ਼ਨਸ਼ਿਪ ਜੈਨੂਇਨ ਹੈ, ਚਾਹੇ ਵਿਆਹ ਨਵਾਂ ਹੈ ਲੇਕਿਨ ਪ੍ਰੋਪਰ ਪ੍ਰੂਫ ਹੈਗੇ ਨੇ, ਤਾਂ ਵੀ ਤੁਸੀਂ ਜਿਹੜਾ ਅਪਲਾਈ ਉਹ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ। ਔਰ ਪ੍ਰੋਸੈਸਿੰਗ ਟਾਈਮ ਦੀ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਤੁਹਾਡੇ ਕੋਲ 2.5 ਤੋਂ 3 ਮਹੀਨੇ ਤੱਕ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੁੰਦਾ ਹੈ, ਤੇ ਇੰਨਾ ਟਾਈਮ ਜਿਹੜਾ ਆਸਟ੍ਰੇਲੀਆ ਹੁਣ ਲੱਗ ਹੀ ਜਾਂਦਾ ਆ। ਪਹਿਲਾਂ ਇੱਕ ਟਾਈਮ ਹੁੰਦਾ ਸੀ ਜ਼ਰੂਰ ਜਿਹੜਾ 15-20 ਦਿਨ ਦੇ ਵਿੱਚ ਰਿਜ਼ਲਟ ਆ ਜਾਂਦਾ ਸੀ, ਲੇਕਿਨ ਕੋਵਿਡ ਤੋਂ ਬਾਅਦ ਪ੍ਰੋਸੈਸਿੰਗ ਟਾਈਮ ਥੋੜਾ ਜਿਹਾ ਵੱਧ ਗਿਆ ਤੇ ਹੁਣ ਥੋੜਾ ਹੋਰ ਵੀ ਜ਼ਿਆਦਾ ਵੱਧ ਗਿਆ। ਸੋ ਪੇਸ਼ੈਂਸਲੀ ਤੁਸੀਂ ਆਪਣੀ ਫਾਈਲ ਜਦੋਂ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਤੁਹਾਨੂੰ ਵੇਟ ਕਰਨੀ ਪਏਗੀ। ਸਾਡੀ ਕੋਸ਼ਿਸ਼ ਇਹ ਰਹਿੰਦੀ ਕਿ ਜਲਦ ਤੋਂ ਜਲਦ ਅਸੀਂ ਤੁਹਾਨੂੰ ਰਿਜ਼ਲਟ ਦਈਏ, ਲੇਕਿਨ ਡਿਪੈਂਡ ਕਰਦਾ ਯੂਨੀਵਰਸਿਟੀਜ਼ ਤੇ, ਜਿੰਨੀ ਜਲਦੀ ਉਹ ਤੁਹਾਡਾ GT ਕ੍ਰਾਈਟੇਰੀਆ ਕਲੀਅਰ ਕਰਦੀਆਂ ਨੇ, ਜਿੰਨੀ ਜਲਦੀ COE ਦਿੰਦੀਆਂ ਨੇ ਔਰ ਅੱਗੇ ਅਸੀਂ ਫਾਈਲ ਲਗਾਉਣ ਵਾਸਤੇ ਰੈਡੀ ਹੋਣੇ, ਤਦ ਤੱਕ ਸਾਨੂੰ ਵੀ ਵੇਟ ਕਰਨੀ ਪੈ ਸਕਦੀ ਹੈ। ਸੋ ਸਪਾਊਸ ਜਿਹੜਾ ਸਾਡਾ ਸ਼ੋਅ ਦੇਖ ਰਹੇ ਨੇ, ਉਹ ਜਲਦ ਤੋਂ ਜਲਦ ਜੁਲਾਈ ਇਨਟੇਕ ਵਾਸਤੇ ਆ ਕੇ ਜਿਹੜਾ ਉਹ ਅਪਲਾਈ
ਕਰ ਸਕਦੇ ਨੇ। ਜੀ ਬਿਲਕੁਲ, ਇੱਕ ਸਵਾਲ ਇਹ ਵੀ ਮੈਂ ਕਰਨਾ ਚਾਹੁੰਦੀ ਸੀ ਕਿ ਕਈ ਵਾਰੀ ਕੋਈ ਪ੍ਰੋਫਾਈਲ ਬਹੁਤ ਹੀ ਵੀਕ ਹੁੰਦੀ ਹੈ ਤਾਂ ਉਸ ਨੂੰ ਆਪਣੇ ਜਿੱਥੇ ਆਸਟ੍ਰੇਲੀਆ ਅਗਰ ਅਪਲਾਈ ਕਰਨਾ ਹੈ, ਉਹ ਜਿਹੜੀ ਜਗ੍ਹਾ ਅਪਲਾਈ ਕਰ ਰਿਹਾ ਹੈ ਜਾਂ ਕਿਹੜਾ ਕਾਲਜ ਅਪਲਾਈ ਕਰ ਰਿਹਾ, ਉਹ ਕਿੰਨਾ ਕੁ ਜ਼ਰੂਰੀ ਉਹਦੀ ਸਿਲੈਕਸ਼ਨ ਹੋ ਜਾਂਦੀ ਕਿ ਖਾਸ ਧਿਆਨ ਰੱਖੇ ਤਾਂ ਕਿ ਅੱਗੋਂ ਪੀਆਰ 'ਚ ਵੀ ਦਿੱਕਤ ਨਾ ਆਵੇ ਤੇ ਜਦੋਂ ਵੀਜ਼ਾ ਵੀ ਉਹਦਾ ਸਕਸੈਸਫੁਲੀ ਲੱਗ ਸਕੇ? ਦੇਖੋ, ਜੇ ਅਸੀਂ ਸਿਟੀਜ਼ ਦੀ ਗੱਲ ਕਰਦੇ ਹਾਂ ਤੇ ਇਹ ਬੈਂਡਸ ਤੇ ਰਿਕੁਆਇਰਮੈਂਟ ਤੇ ਜਿਹੜਾ ਹੈਗਾ ਆ ਬੜਾ ਡਿਪੈਂਡ ਕਰਦਾ ਹੈ ਕਿ ਜੇ ਤੁਹਾਡੇ ਵਧੀਆ ਬੈਂਡ ਹੈਗੇ ਨੇ 6.5-7 ਬੈਂਡ ਹੈ, ਨੋਟ ਲੈਸ ਦੈਨ 6 ਈਚ ਹੈ, ਤੇ ਤੁਸੀਂ ਇਹਨਾਂ ਦੀ ਮੇਨ ਸਿਟੀਜ਼ ਦੇ ਵਿੱਚ ਅਪਲਾਈ ਕਰ ਸਕਦੇ ਹੋ ਜੇ ਤੁਹਾਨੂੰ ਖਰਚਾ ਵੀ ਜਿਹੜਾ ਤੁਹਾਨੂੰ ਜ਼ਿਆਦਾ ਨਹੀਂ ਲੱਗਦਾ। ਕਿਉਂਕਿ ਦੇਖੋ, ਸਿਡਨੀ ਮੈਲਬਨ ਦੀ ਗੱਲ ਕਰੀਏ, ਥੋੜੀ ਕਾਸਟਲੀ ਸਿਟੀਜ਼ ਹੁੰਦੀਆਂ ਨੇ, ਫੀਸਿਸ ਜ਼ਿਆਦਾ ਹੁੰਦੀਆਂ ਨੇ, ਬੈਂਡ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਹੈ। ਲੇਕਿਨ ਇਹ ਜੇ ਬ੍ਰਿਸਬਨ, ਪਰਥ, ਐਡੀਲੇਡ ਦੀ ਗੱਲ ਕਰੀਏ, ਤਸਮਾਨੀਆ ਦੀ ਗੱਲ ਕਰੀਏ ਤੇ ਇਧਰਲੀ ਸਾਈਡ ਜਿਹੜਾ ਹੈਗਾ ਆ ਥੋੜਾ ਜਿਹਾ ਖਰਚਾ ਵੀ ਘੱਟ ਹੈਗਾ ਤੇ ਫੀਸ ਵੀ ਘੱਟ ਹੈ, ਔਰ ਲਿਵਿੰਗ ਕਾਸਟ ਵੀ ਜਿਹੜੀ ਹੁੰਦੀ ਆ ਉਹ ਘੱਟ ਹੁੰਦੀ ਹੈ ਇਹਨਾਂ ਸਿਟੀਜ਼ ਦੇ ਨਾਲੋਂ ਜੇ ਅਸੀਂ ਕੰਪੇਅਰ ਕਰੀਏ ਮੈਲਬਨ ਜਾਂ ਸਿਡਨੀ। ਸੋ ਇਹੀ ਜਿਹੜੀਆਂ ਮੇਨ ਡਿਫਰੈਂਸ ਹੁੰਦਾ ਫਾਈਨੈਂਸ਼ੀਅਲੀ ਐਲੀਮੈਂਟਸ ਜਿਹੜੇ ਹੁੰਦੇ ਨੇ, ਜਿਹੜੇ ਇਹਨਾਂ ਦੋਨਾਂ ਨੂੰ ਜੇ ਅਸੀਂ ਇਹਨਾਂ ਸਿਟੀਜ਼ ਨੂੰ ਕੰਪੇਅਰ ਕਰੀਏ ਤੇ ਇੱਕ ਇਹ ਰੀਜ਼ਨ ਹੁੰਦਾ ਕਿ ਅਸੀਂ ਕੋਸ਼ਿਸ਼ ਕਰਦੇ ਕਿ ਹੋਰ ਇਹਨਾਂ ਸਿਟੀਜ਼ ਦੇ ਵਿੱਚ ਅਪਲਾਈ ਕਰੀਏ ਜਿੱਥੇ ਵੀਜ਼ਾ ਸਕਸੈਸ ਰੇਟ ਵੀ ਜ਼ਿਆਦਾ ਰਵੇ ਔਰ ਖਰਚਾ ਵੀ ਜਿਹੜਾ ਤੁਹਾਡਾ ਘੱਟ ਰਵੇ। ਇਹਦੇ ਵਿੱਚ ਕੀ ਹੁੰਦਾ ਕਿ ਜੇ ਅਸੀਂ ਮੇਨ ਸਿਟੀਜ਼ ਦੇ ਵਿੱਚ ਜਾਂਦੇ ਤੇ ਸਾਨੂੰ ਫੰਡਸ ਦੀ ਰਿਕੁਆਇਰਮੈਂਟ ਜ਼ਿਆਦਾ ਹੁੰਦੀ ਹੈ, ਪੁਰਾਣੇ ਫੰਡਸ ਚਾਹੀਦੇ ਨੇ। ਲੇਕਿਨ ਜੇ ਅਸੀਂ ਬ੍ਰਿਸਬਨ, ਐਡੀਲੇਡ, ਪਰਥ ਇਹਨਾਂ ਸਿਟੀਜ਼ ਦੇ ਵਿੱਚ ਅਪਲਾਈ ਕਰਦੇ ਤੇ ਫੰਡ ਚਾਹੇ ਇੱਕ ਦਿਨ ਪੁਰਾਣੇ ਹੋਣ, ਮਹੀਨਾ ਪੁਰਾਣੇ ਹੋਣ, ਤੇ ਇਹ ਫੰਡਸ ਜਿਹੜੇ ਨੇ ਚੱਲ ਜਾਂਦੇ ਨੇ। ਸੋ ਫਾਈਨੈਂਸ਼ੀਅਲ ਐਲੀਮੈਂਟ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਇਹਨਾਂ ਸਿਟੀਜ਼ ਦੇ ਵਿੱਚ ਅਪਲਾਈ ਕਰਨ ਦੇ ਵਿੱਚ। ਜੀ ਬਿਲਕੁਲ। ਰਿਫਿਊਜ਼ਲ ਕੇਸਿਸ ਦੀ ਗੱਲ ਕਰਨਾ ਚਾਹੂੰਗੀ ਜਿਨ੍ਹਾਂ ਦੇ ਚਾਹੇ ਕੈਨੇਡਾ ਤੋਂ ਜਾਂ ਕੋਈ ਕਿਸੇ ਵੀ ਕੰਟਰੀ ਤੋਂ ਰਿਫਿਊਜ਼ਲ ਲੱਗਿਆ 1 ਵਾਰ 2 ਵਾਰ 3 ਵਾਰ, ਕੀ ਉਹਨਾਂ ਨੂੰ ਆਸਟ੍ਰੇਲੀਆ ਅਪਲਾਈ ਕਰ ਲੈਣਾ ਚਾਹੀਦਾ? ਕਿਉਂਕਿ ਅਸੀਂ ਦੇਖ ਰਹੇ ਹਾਂ ਲਗਾਤਾਰ ਆਸਟ੍ਰੇਲੀਆ ਵਿੱਚ ਰਸ਼ ਪਹਿਲਾਂ ਹੀ ਆ ਫਾਈਲਸ ਦਾ, ਤੇ ਹੁਣ ਜਿਹੜੇ +2 ਤੋਂ ਬਾਅਦ ਸਟੂਡੈਂਟਸ ਆਣਗੇ ਉਹ ਹੋਰ ਅਪਲਾਈ ਕਰਨਗੇ, ਵੱਧ ਜਾਏਗਾ ਉੱਥੇ ਹੋਰ ਜ਼ਿਆਦਾ ਫਾਈਲਿੰਗ ਦੇ ਲਈ। ਜਿਹੜੇ ਰਿਫਿਊਜ਼ਲ ਕੇਸਿਸ ਨੇ ਉਹਨਾਂ ਨੂੰ ਕੀ ਸਲਾਹ ਦਿੰਦੇ ਹੋ? ਦੇਖੋ, ਜਿਹੜੇ ਤੇ ਕੈਨੇਡਾ ਤੋਂ ਰਿਫਿਊਜ਼ ਕੇਸਿਸ ਹੈਗੇ ਨੇ 5.5 ਬੈਂਡ ਵਾਲੇ, ਉਹ ਬਿਨਾਂ ਕਿਸੇ ਝਿਜਕ ਤੋਂ 2020 ਪਾਸ ਆਊਟ ਸਟੂਡੈਂਟ ਨੇ, 21 ਪਾਸ ਆਊਟ ਸਟੂਡੈਂਟ ਨੇ, ਉਹ ਜੁਲਾਈ ਇਨਟੇਕ ਵਾਸਤੇ ਆਸਟ੍ਰੇਲੀਆ ਅਪਲਾਈ ਕਰਨ। ਕੈਨੇਡਾ ਤੋਂ ਤਾਂ ਘੱਟ ਹੀ ਖਰਚਾ ਹੈਗਾ, ਇਸ ਗੱਲ ਦੀ ਜ਼ਰੂਰ ਮੈਂ ਤੁਹਾਨੂੰ ਗਾਰੰਟੀ ਦੇ ਸਕਦੀ ਹਾਂ। ਇਸ ਤੋਂ ਇਲਾਵਾ ਜੇ ਆਸਟ੍ਰੇਲੀਆ ਤੋਂ ਰਿਫਿਊਜ਼ ਕੇਸਿਸ ਹੈਗੇ ਨੇ ਤੇ ਉਹਨਾਂ ਨੂੰ ਅਸੀਂ ਕਵਾਂਗੇ ਕਿ ਆਪਣੇ ਪ੍ਰੋਫਾਈਲ ਨੂੰ ਇੰਪਰੂਵ ਕਰਕੇ ਹੀ ਜਿਹੜਾ ਹੈ ਦੁਬਾਰਾ ਆਸਟ੍ਰੇਲੀਆ ਅਪਲਾਈ ਕਰਨ। ਸੇਮ ਡਾਕੂਮੈਂਟਸ ਤੇ ਆਸਟ੍ਰੇਲੀਆ ਅਪਲਾਈ ਨਾ ਕਰਨ, ਕਿਉਂਕਿ ਸੇਮ ਡਾਕੂਮੈਂਟਸ ਤੇ ਆਸਟ੍ਰੇਲੀਆ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਹੈ। ਸੋ ਇਹ ਚੀਜ਼ਾਂ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਉਹ ਵੀ ਕੇਸਿਸ ਵੈਲਕਮ ਹੈਗੇ ਨੇ। ਸੋ ਇੱਕ ਵਾਰੀ ਤੁਸੀਂ ਸਾਡੇ ਪਤੇ ਤੇ ਆ ਕੇ ਸਾਨੂੰ ਜ਼ਰੂਰ ਮਿਲੋ। ਜੀ ਤੁਹਾਨੂੰ ਦੱਸ ਦਈਏ ਸੈਕਟਰ 70 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ, ਆਪਣੇ ਪੇਰੈਂਟਸ ਨੂੰ ਵੀ ਨਾਲ ਜ਼ਰੂਰ ਲੈ ਕੇ ਆਇਆ ਕਰੋ ਤਾਂ ਕਿ ਰਾਈਟ ਟਾਈਮ ਤੇ ਸਹੀ ਡਿਸੀਜਨ ਤੁਸੀਂ ਲੈ ਸਕੋ। ਕਿਉਂਕਿ ਕਈ ਵਾਰੀ ਹੁੰਦਾ ਤੁਸੀਂ ਪਹਿਲਾਂ ਖੁਦ ਆਉਂਦੇ ਹੋ, ਚਰਚਾ ਕਰਦੇ ਹੋ, ਫਿਰ ਘਰਦਿਆਂ ਨਾਲ ਜਦ ਤੱਕ ਕਾਲਜ ਜਿਹੜਾ ਤੁਸੀਂ ਪਸੰਦ ਕੀਤਾ ਹੁੰਦਾ ਉੱਥੇ ਸੀਟ ਫਿਰ ਤੁਹਾਨੂੰ ਬਾਅਦ ਵਿੱਚ ਨਹੀਂ ਮਿਲਦੀ ਹੈ। ਸੋ ਇਸ ਲਈ ਜਲਦੀ ਡਿਸੀਜਨ ਸਹੀ ਤਰੀਕੇ ਨਾਲ ਜ਼ਰੂਰ ਲਿਆ ਕਰੋ। ਇੱਥੇ ਸਮਾਂ ਸਾਡੇ ਕੋਲ ਹੋਰ ਜ਼ਿਆਦਾ ਨਹੀਂ ਰਹਿ ਗਿਆ, ਪਰ ਥੋੜਾ ਜਿਹਾ ਸਵਾਲ ਕੈਨੇਡਾ ਬਾਰੇ ਵੀ ਜ਼ਰੂਰ ਕਰਨਾ ਚਾਹਾਂਗੀ ਕਿਉਂਕਿ ਕੈਨੇਡਾ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਐਸਡੀਐਸ, ਨੌਨ ਐਸਡੀਐਸ ਨੂੰ ਲੈ ਕੇ ਰਹਿੰਦਾ ਹੈ ਕਿ ਨੌਨ ਐਸਡੀਐਸ ਵਿੱਚ ਅੱਜ ਦੇ ਟਾਈਮ ਵਿੱਚ ਸਟੂਡੈਂਟਸ ਨੂੰ ਪ੍ਰੋਫਾਈਲ ਵਾਲੇ ਨੌਨ ਐਸਡੀਐਸ ਵਾਲਿਆਂ ਨੂੰ ਆਪਣੀ ਫਾਈਲ ਲਗਾਉਣੀ ਚਾਹੀਦੀ ਹੈ ਕਿ ਨਹੀਂ, ਜਾਂ ਫਿਰ ਐਸਡੀਐਸ ਦਾ ਹੀ ਸਕਸੈਸ ਰੇਟ ਵਧੀਆ ਹੈ? ਜੀ ਬਿਲਕੁਲ, ਜੇ ਅਸੀਂ ਕੈਨੇਡਾ ਦੀ ਗੱਲ ਕਰਦੇ ਤੇ ਕੋਈ ਪ੍ਰੋਬਲਮ ਨਹੀਂ ਹੈ, ਨੌਨ ਐਸਡੀਐਸ ਵਾਲੇ ਵੀ ਅਪਲਾਈ ਕਰ ਸਕਦੇ ਨੇ, ਲੇਕਿਨ ਉਹਨਾਂ ਕੋਲ ਪ੍ਰੋਪਰ ਫੰਡਸ ਹੈ ਜਿਹੜੇ ਉਹ ਹੋਣੇ ਚਾਹੀਦੇ ਨੇ ਦਿਖਾਉਣ ਵਾਸਤੇ, ਔਰ ਸੋਰਸ ਆਫ ਇਨਕਮ ਜਿਹੜਾ ਉਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਸੋ ਜਿਹੜੇ ਨੌਨ ਐਸਡੀਐਸ ਸਟੂਡੈਂਟ ਹੈਗੇ ਨੇ ਅਪਲਾਈ ਕਰ ਸਕਦੇ ਨੇ, ਲੇਕਿਨ ਪਹਿਲੀ ਪ੍ਰੈਫਰੈਂਸ ਸਾਡੀ ਜ਼ਰੂਰ ਆਸਟ੍ਰੇਲੀਆ ਰਹਿੰਦੀ ਹੈ। ਜੇ ਤੁਹਾਡੇ 5.5 ਬੈਂਡ ਹੈਗੇ ਨੇ, ਨੌਨ ਐਸਡੀਐਸ ਤੋਂ ਅਪਲਾਈ ਕਰਨ ਤੋਂ ਬੈਟਰ ਹੈ ਤੁਸੀਂ ਆਸਟ੍ਰੇਲੀਆ ਅਪਲਾਈ ਕਰੋ, ਉਸ ਤੋਂ ਵੀ ਘੱਟ ਖਰਚੇ ਦੇ ਵਿੱਚ ਤੁਹਾਨੂੰ ਆਸਟ੍ਰੇਲੀਆ ਜ਼ਰੂਰ ਵੀਜ਼ਾ ਦੇਗਾ। ਇਸ ਤੋਂ ਇਲਾਵਾ ਉਹਨਾਂ ਐਪਲੀਕੈਂਟਸ ਦੀ ਅਸੀਂ ਗੱਲ ਕਰਨਾ ਚਾਹੁੰਦੇ ਜਿਹੜੇ ਸਟੂਡੈਂਟ ਐਜ਼ ਅ ਸਟੂਡੈਂਟ ਨਹੀਂ ਜਾ ਸਕਦੇ, ਚਾਹੇ ਆਸਟ੍ਰੇਲੀਆ ਹੋਵੇ ਚਾਹੇ ਉਹ ਕੈਨੇਡਾ ਹੋਵੇ ਜਾਂ ਸ਼ੈਨਗਨ। ਸੋ ਜਿਹੜੇ ਨੌਨ ਸਟੂਡੈਂਟਸ ਹੈਗੇ ਨੇ, ਦੂਸਰੇ ਐਪਲੀਕੈਂਟ ਨੇ ਜਿਨ੍ਹਾਂ ਦੀ ਉਮਰ ਜ਼ਿਆਦਾ ਹੋ ਚੁੱਕੀ ਹੈ, ਉਹ ਐਜ਼ ਅ ਟੂਰਿਸਟ ਜਾਂ ਐਜ਼ ਅ ਵਿਜ਼ਟਰ ਜਾ ਸਕਦੇ ਨੇ। ਉਹ ਐਪਲੀਕੈਂਟਸ ਆਰਾਮ ਨਾਲ ਆਪਣੇ, ਹੁਣ ਜਿੱਦਾਂ ਸਭ ਨੂੰ ਪਤਾ ਕਿ ਸਮਰ ਵਕੇਸ਼ਨਸ ਹੁਣ ਇੰਡੀਆ ਦੇ ਵਿੱਚ ਸ਼ੁਰੂ ਹੋਣ ਵਾਲੀਆਂ ਨੇ ਤੇ ਸਮਰ ਵਕੇਸ਼ਨਸ ਦੇ ਵਿੱਚ ਹਰ ਇੰਡੀਅਨ ਹੈ ਜਿਹੜਾ ਬਾਹਰ ਘੁੰਮਣ ਜਾਂਦਾ ਹੀ ਹੈ, ਕਿਤੇ ਨਾ ਕਿਤੇ ਟ੍ਰਿਪ ਮਾਰਦਾ ਹੀ ਹੈ। ਸੋ ਹੁਣ ਇਹ ਖੁੱਲਾ ਸੱਦਾ ਹੈਗਾ ਉਹਨਾਂ ਐਪਲੀਕੈਂਟਸ ਨੂੰ ਵੀ ਜਿਹੜਾ ਘੁੰਮਣ ਜਾਣਾ ਚਾਹੁੰਦੇ ਨੇ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਚਾਹੁੰਦੇ ਨੇ। ਦਿਸ ਇਜ਼ ਦਾ ਵੈਰੀ ਰਾਈਟ ਟਾਈਮ ਟੂ ਅਪਲਾਈ ਫॉर ਕੈਨੇਡਾ ਟੂਰਿਸਟ ਵੀਜ਼ਾ ਔਰ ਆਸਟ੍ਰੇਲੀਆ ਟੂਰਿਸਟ ਵੀਜ਼ਾ। ਸੋ ਉਹ ਐਪਲੀਕੈਂਟ ਵੀ ਸਾਡੇ ਕੋਲ ਆ ਕੇ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਨੇ ਜਿਹੜੇ ਸਟੱਡੀ ਵਾਸਤੇ ਨਹੀਂ ਬਲਕਿ ਐਜ਼ ਅ ਵਿਜ਼ਟਰ ਜਾਂ ਐਜ਼ ਅ ਟੂਰਿਸਟ ਇਹਨਾਂ ਕੰਟਰੀਜ਼ ਦੇ ਵਿੱਚ ਜਾਣਾ ਚਾਹੁੰਦੇ ਨੇ। ਜੀ ਬਿਲਕੁਲ। ਤੇ ਇਸ ਦਾ ਥੋੜਾ ਜਿਹਾ ਮੈਂ ਜਾਣਨਾ ਚਾਹੂੰਗੀ ਪ੍ਰੋਸੈਸਿੰਗ ਟਾਈਮ ਕਿੰਨਾ ਕੁ ਇਹਦਾ ਰਹਿਣ ਵਾਲਾ ਹੈ ਟੂਰਿਸਟ ਵੀਜ਼ਾ ਲਈ? ਦੇਖੋ, ਟੂਰਿਸਟ ਵੀਜ਼ਾ ਲਈ ਵੀ ਜਿਹੜਾ ਤੁਹਾਡਾ ਪ੍ਰੋਸੈਸਿੰਗ ਟਾਈਮ ਹੈਗਾ 1.5 ਤੋਂ 2 ਮਹੀਨੇ ਦਾ ਹੈਗਾ ਆ। ਸੋ ਜਲਦੀ ਤੋਂ ਜਲਦੀ, ਜਿੰਨਾ ਜਲਦੀ ਤੁਸੀਂ ਆ ਕੇ ਆਫਿਸ ਆ ਕੇ ਆਪਣੇ ਡਾਕੂਮੈਂਟ ਸਾਨੂੰ ਦਿਖਾਓਗੇ ਉਨੀ ਜਲਦੀ ਹੀ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ, ਸੁਜੈਸਟ ਕਰ ਸਕਦੇ ਹਾਂ। ਜੀ
ਬਿਲਕੁਲ। ਸੋ ਅੱਜ ਆਪਾਂ ਡਿਟੇਲ ਵਿੱਚ ਆਸਟ੍ਰੇਲੀਆ ਬਾਰੇ ਤਾਂ ਗੱਲ ਕੀਤੀ ਹੈ, ਕੈਨੇਡਾ ਬਾਰੇ ਵੀ ਗੱਲ ਕੀਤੀ ਹੈ। ਸੋ ਤੁਸੀਂ ਟੂਰਿਸਟ ਵੀਜ਼ਾ ਤੇ ਵੀ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਜੋ ਹੈ ਸਕਰੀਨ ਤੇ ਦਿੱਤੇ ਨੰਬਰ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਸਟਾਰ ਫਿਊਚਰ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦਾ ਆਫਿਸ ਸੈਕਟਰ 70 ਮੋਹਾਲੀ ਵਿੱਚ ਹੈ। ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ ਤਾਂ ਕਿ ਸਹੀ ਡਿਸੀਜਨ ਤੁਸੀਂ ਲੈ ਸਕੋ। ਸੋ ਸਹੀ ਕੰਸਲਟੈਂਟ ਦੀ ਸਲਾਹ ਦੇ ਨਾਲ ਅੱਗੇ ਵਧੋ ਤਾਂ ਕਿ ਕਦੇ ਤੁਹਾਡੀ ਪ੍ਰੋਫਾਈਲ ਤੇ ਰਿਫਿਊਜ਼ਲ ਨਾ ਲੱਗੇ। ਸਕਸੈਸਫੁਲੀ ਤੁਸੀਂ ਆਪਣਾ ਜੋ ਹੈ ਸਟੱਡੀ ਵੀਜ਼ਾ ਲਓ ਅਤੇ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਸ਼ੋਅ ਵਿੱਚ ਆ ਕੇ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।